ਮੈਨੂੰ ਮਾਣ ਪੰਜਾਬੀ ਬੋਲੀ ਤੇ ਜਿਹੜੀ ਦੁਨੀਆ ਉੱਤੇ ਛਾਈ ਹੋਈ ਹੈ। ਪੰਜਾਬੀ ਜਿੱਥੇ ਵੀ ਕਿਧਰੇ ਜਾ ਬੈਠੇ ਇਹਨਾਂ ਵੱਖਰੀ ਟੌਰ ਬਣਾਈ ਹੋਈ ਹੈ। ਟੌਰ ਬਣੇ ਵੀ ਕੋਈ ਕਿਉਂ ਨਾ, ਐਸਾ ਕੋਈ ਨਾ ਡਿੱਠਾ ਜਹਾਨ ਅੰਦਰ ਜਿਹਦਾ ਪੰਜਾਬੀਆਂ ਵਰਗਾ ਦਿਲ ਹੋਵੇ। ਇਹ ਹਰ ਜੰਗ ਜਿੱਤਣੀ ਜਾਣਦੇ ਨੇ, ਚਾਹੇ ਦਿਲ ਹੋਵੇ ਚਾਹੇ ਕਾਰਗਿਲ ਹੋਵੇ। ਆਪਣੇ ਆਪ ਤੇ ਹੱਸਣਾ ਜਾਣਦੇ ਨੇ ਤੇ ਖੁਸ਼ ਹੁੰਦੇ ਨੇ ਆਪਣੇ ਚਰਚਿਆਂ ਤੇ। ਦੋਸਤੋ ਠੇਕੇ ਅੰਬੈਸੀਆਂ ਤੇ ਜਹਾਜ਼ ਬਹੁਤੇ ਚੱਲਦੇ ਨੇ ਪੰਜਾਬੀਆਂ ਦੇ ਖਰਚਿਆਂ ਤੇ, ਚੱਲਦੇ ਨੇ ਪੰਜਾਬੀਆਂ ਦੇ ਖਰਚਿਆਂ ਤੇ। ਪੰਜਾਬੀਆਂ ਦੀ ਚੜ੍ਹਦੀ ਕਲਾ ਦੀ ਦੁਆਵਾਂ ਕਰਦਾ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਹੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ, ਹੈਲੋ ਹੈ ਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਪ੍ਰੋਗਰਾਮ ਅੱਜ ਤੁਹਾਡੇ ਰੂਬਰੂ ਲਾਈਵ ਕਰ ਰਹੇ ਹਾਂ, ਪਰ ਖਾਸ ਪ੍ਰੋਗਰਾਮ ਹੋਏਗਾ ਕਿਉਂਕਿ ਇਲੈਕਸ਼ਨਾਂ ਜਿਹੜੀਆਂ ਚੱਲ ਰਹੀਆਂ ਨੇ ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਦੀ ਖਾਸ ਤੌਰ 'ਤੇ ਗੱਲ ਕਰੀਏ ਤਾਂ ਇਹਦੇ ਵਿੱਚ ਇਹਨਾਂ ਇਲੈਕਸ਼ਨਾਂ ਨੂੰ ਸਾਡੇ ਲੋਕ ਜਿਹੜੇ ਬਾਹਲੇ ਪੰਜਾਬੀ ਨੇ ਉਹ ਸੀਰੀਅਸ ਨਹੀਂ ਲੈਂਦੇ ਵੀ ਕੀ ਵੋਟ ਪਾਉਣ ਜਾਣਾ ਯਾਰ, ਇਹ ਕਿਹੜਾ ਰਾਸ਼ਟਰਪਤੀ ਦੀਆਂ ਚੋਣਾਂ। ਜਦ ਕਿ ਇਹਨਾਂ ਚੋਣਾਂ ਦਾ ਮਹੱਤਵ ਸਾਡੀ ਕਮਿਊਨਿਟੀ ਵਾਸਤੇ ਬਹੁਤ ਵੱਡਾ ਹੈ। ਇਹ ਸਾਰੀ ਗੱਲਬਾਤ ਕਰਨ ਵਾਸਤੇ ਤੇ ਨਾਲ ਸਾਡੇ ਜਿਹੜੇ ਕਿ ਮੇਅਰ ਵਾਸਤੇ ਰਨ ਕਰ ਰਹੇ ਨੇ ਮੰਟੀਕਾ ਤੋਂ, ਸਾਡੇ ਇੱਥੇ ਸਟੂਡੀਓ ਨੇੜੇ ਹੀ ਆ, ਉਹ ਗੈਰੀ ਸਿੰਘ ਜੀ ਨਾਲ ਨੇ, ਨਾਲ ਇੱਥੋਂ ਦੇ ਪਤਵੰਤ ਤੇ ਸੱਜਣ ਵੀ ਹੈਗੇ ਨੇ। ਸੋ ਪਹਿਲਾਂ ਗੈਰੀ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ। ਗੈਰੀ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਸਭ ਤੋਂ ਪਹਿਲਾਂ ਜੀ ਜਸ ਪੰਜਾਬੀ ਸਾਰੇ ਤੁਹਾਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਥੈਂਕ ਯੂ ਜੱਗੀ ਤੇ ਪਹਿਲਾਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੀ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਵੱਲੋਂ ਤੁਹਾਡੇ ਵਾਸਤੇ। ਤੇ ਕਿਉਂਕਿ ਸਾਡੀ ਕੋਸ਼ਿਸ਼ ਇਹੀ ਆ ਵੀ ਜਿੱਥੇ ਤੁਸੀਂ ਪੰਜਾਬੀ ਬੈਠੇ ਆ, ਕੋਈ ਵੀ ਕਿਤੇ ਖੜੇ ਨੇ, ਤੇ ਉਹਨਾਂ ਵਾਸਤੇ ਅਸੀਂ ਜਿੰਨਾ ਕੁ ਕਰ ਸਕਦੇ ਹਾਂ ਉਹ ਜ਼ਰੂਰ ਕਰੀਏ। ਤੇ ਨਾਲ ਸਾਡੇ ਇੱਥੋਂ ਦੇ ਮਹਿਮਾਨ ਵੀ ਜੁੜੇ ਨੇ, ਤਾਰੀ ਮਾਰ ਦਿਓ ਇੱਕ ਸਾਡੇ ਗੈਰੀ ਸਿੰਘ ਜੀ ਵਾਸਤੇ। ਤੁਹਾਡਾ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਜੀ, ਸਵਾਗਤ ਵੀ ਕਰਦੇ ਹਾਂ। ਔਰ ਜਿੰਨੇ ਵੀ ਸਾਰੇ ਦੋਸਤ ਮਿੱਤਰ ਹੈਗੇ ਨੇ ਗੈਰੀ ਸਿੰਘ ਜੀ ਨਾਲ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਛਾ ਜੀ, ਗੱਲਬਾਤ ਗੈਰੀ ਸਿੰਘ ਜੀ ਜਿਵੇਂ ਮੈਂ ਸ਼ੁਰੂ ਕੀਤੀ, ਆਪਾਂ ਤਾਂ ਅਕਸਰ ਮਿਲਦੇ ਰਹਿੰਦੇ ਹਾਂ, ਇਸ ਗੱਲ 'ਤੇ ਵੀ ਚਰਚਾ ਕਰਦੇ ਰਹਿੰਦੇ ਹਾਂ ਜਿਹੜੀ ਸਾਡੀ ਪੰਜਾਬੀਆਂ ਦੀ ਇੱਕ ਸਮੱਸਿਆ ਕਿ ਸਭ ਤੋਂ ਪਹਿਲਾ ਕੰਮ ਜਿੱਤਣਾ ਜਿਤਾਉਣਾ ਵੀ ਬਾਅਦ ਦੀ ਗੱਲ ਹੈ। ਤੁਸੀਂ ਖੜੇ ਹੋ ਗਏ ਤੇ ਜਿੰਨੀ ਦੇਰ ਵੋਟ ਨਹੀਂ ਪੈਂਦੀ ਤਾਂ ਉਨੀ ਦੇਰ ਮੇਰਾ ਨਹੀਂ ਖਿਆਲ ਵੀ ਇਹਦਾ ਕੋਈ ਫਾਇਦਾ ਹੈਗਾ ਜਿੱਤਣ ਦਾ। ਤੇ ਵੋਟ ਪਾਉਣ ਵਾਸਤੇ ਅਸੀਂ ਅੱਜ ਅਵੇਅਰ ਕਰਨ ਵਾਸਤੇ ਸਾਰੇ ਇਕੱਠੇ ਹੋਏ ਹਾਂ। ਕੀ ਕਹਿਣਾ ਚਾਹੁੰਦੇ ਜੀ ਪਹਿਲਾਂ ਤੁਸੀਂ? ਹਾਂਜੀ, ਬਿਲਕੁਲ ਤੁਸੀਂ ਜਿਹੜੀ ਗੱਲ ਕੀਤੀ ਸੀ ਜਦੋਂ ਓਪਨਿੰਗ ਦੇ ਵਿੱਚ ਕਿ ਆਪਣੇ ਲੋਕ ਜਿਹੜੇ ਅਨਫੋਰਚੂਨਟਲੀ ਜਿਹੜੇ ਬਾਹਰ ਵੀ ਆ ਵੋਟ ਨਹੀਂ ਪਾਉਂਦੇ। ਵੋਟ ਦੀ ਸਭ ਤੋਂ ਬਿਗੈਸਟ ਇਸ਼ੂ ਇਹੀ ਆ ਕਿ ਕਾਲ ਕਰ ਲੈਂਦੇ ਆ। ਇੱਕ ਟਾਈਮ ਸੀ ਮੈਨੂੰ ਚੇਤਾ ਜਦੋਂ ਪਹਿਲੀ ਵਾਰੀ ਮੈਂ ਖੜਾ ਹੋਇਆ ਸੀ, ਹਾਂਜੀ, ਜਿੰਨੇ ਟੋਟਲ ਲੋਕ ਜਿਹੜੇ ਆਪਣੇ ਪੰਜਾਬੀ ਜਿਹੜੇ ਵੋਟ ਪਾ ਸਕਦੇ ਆ ਜੀ, ਉਹਦੇ ਵਿੱਚੋਂ ਸਿਰਫ 5% ਵੋਟ ਪਾਉਂਦੇ ਹੁੰਦੇ ਸੀ। ਟੋਟਲ ਪੰਜਾਬੀ ਜਿਹੜੇ ਪਾ ਸਕਦੇ ਕਮਿਊਨਿਟੀ ਦੇ ਵਿੱਚ ਸਿਰਫ 5%। ਜੇ ਮਤਲਬ ਕਿ 15,000 ਵੋਟ ਹੈਗੀ ਤਾਂ 3,000 ਮਸੀਂ ਪਾਉਂਦੇ। 15,000, ਹਾਂਜੀ, ਜੇ 15,000 ਵੋਟ ਹੈਗੀ ਆ ਉਹ 'ਚੋਂ 5% ਸਿਰਫ ਨਾ ਜਿਹੜੇ ਵੋਟ ਪਾਉਂਦੇ। ਸੋ ਇੱਕ ਸ਼ਹਿਰ ਮੰਟੀਕਾ ਆਪਣੇ 'ਚ ਬੇਸਿਕਲੀ ਵੋਟ ਜਿਹੜੀ ਸੀ ਪੰਜਾਬੀਆਂ ਦੀ ਉਸ ਟਾਈਮ ਪੋਪੂਲੇਸ਼ਨ ਤਾਂ ਕਾਫੀ ਸੀ ਜੀ, ਪਰ ਵੋਟ ਜਿਹੜੀ ਸੀ ਮੇਰੇ ਹਿਸਾਬ ਨਾਲ 200-300 ਸਿਰਫ ਸੀ ਸਾਰੇ ਸ਼ਹਿਰ 'ਚ। ਸੋ ਇਹ ਬਿਗੇਸਟ ਇਸ਼ੂ ਹਮੇਸ਼ਾ ਆ ਰਿਹਾ ਆ, ਪਰ ਆਪਾਂ ਕੋਸ਼ਿਸ਼ ਕੀਤੀ ਕਾਫੀ ਵਾਰ ਨਾ ਸਾਰੇ ਪਾਸੇ ਜਾਗਤਾ ਜਗਾਈ ਕੇ ਨਾ ਕਿ ਵੋਟ ਪਾਓ ਤੁਸੀਂ। ਬਹੁਤ ਇੰਪੋਰਟੈਂਟ ਹੈ ਕਿ ਇਹ ਇਕੱਲੀ ਆਪਾਂ ਤੁਸੀਂ ਕਹਿ ਰਹੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਆ ਜਾਂ ਕੋਈ ਵੀ ਉੱਪਰ ਆ ਉਹਨਾਂ ਦੀ ਗੱਲ ਨਹੀਂ ਹੈਗੀ ਕਿ ਜਿਹੜਾ ਲੋਕਲ ਤੁਹਾਡਾ ਆ ਉੱਤੇ ਜ਼ਿਆਦਾ ਮੌਤੇ ਰੱਖਦਾ। ਬਿਕਾਜ਼ ਲੋਕਲ ਬੰਦਾ ਜਿਹੜਾ ਤੁਸੀਂ ਉਹਨੂੰ ਫੜ ਸਕਦੇ ਆ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਆ। ਕਿਸੇ ਨੇ ਤੁਸੀਂ ਸੈਨੇਟਰ ਜਾਂ ਪ੍ਰੈਜ਼ੀਡੈਂਟ ਨੂੰ ਕਿਸੇ ਨੇ ਨਹੀਂ ਮਿਲਣਾ ਜਾ ਕੇ। ਐਂਡ ਲੋਕਲੀ ਅਸੀਂ ਜੋ ਡਿਸੀਜਨਸ ਬਣਾਉਂਦੇ ਆ ਤੁਹਾਡੇ ਸਾਰਿਆਂ ਲਈ, ਉਹ ਤੁਹਾਨੂੰ ਰੋਜ਼ ਤੁਹਾਡੀ ਜੌਬ ਦੇ ਵਿੱਚ, ਤੁਹਾਡੀ ਰੋਜ਼ ਘਰ ਰਹਿਣ ਦੇ ਵਿੱਚ ਅਫੈਕਟ ਕਰਦੀਆਂ। ਸੋ ਇਸ ਲਈ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਭਾਵੇਂ ਉੱਪਰਲੀਆਂ ਵੋਟ ਨਾ ਪਾਓ, ਲੋਕਲ ਬੰਦੇ ਲਈ ਹਮੇਸ਼ਾ ਸਾਰਿਆਂ ਲਈ ਪਾਉਣੀ ਸੋਚਣਾ ਚਾਹੀਦਾ। ਕਿ ਇਹ ਵੀ ਕਿਹਾ ਜਾਂਦਾ ਜੀ ਕਿ ਜਿਹੜੇ ਜਿੰਨੀ ਵੋਟ ਆਪਣੀ ਕਮਿਊਨਿਟੀ ਦੀ ਆਪਾਂ ਅਗਰ ਗੱਲ ਕਰੀਏ ਜਾਂ ਕੋਈ ਵੀ ਕਮਿਊਨਿਟੀ ਜਿੰਨੀ ਕਮਿਊਨਿਟੀ ਦੀ ਵੋਟ ਵੱਧ ਪੈਂਦੀ ਹੈ, ਹਾਂਜੀ, ਪਰਸੈਂਟੇਜ ਵੱਧ ਹੁੰਦੀ ਆ, ਉਹਨਾਂ ਜਿਹੜੀਆਂ ਸਹੂਲਤਾਂ ਨੇ ਕਮਿਊਨਿਟੀ ਵਾਸਤੇ ਤੇ ਉਹ ਕੋਈ ਵੀ ਕੰਮਕਾਰ ਕਮਿਊਨਿਟੀ ਦਾ ਹੈਗਾ ਉਹਨਾਂ ਜ਼ਿਆਦਾ ਉਹਨਾਂ ਨੂੰ ਦਿੰਦੀ ਹੈ ਜੀ। ਕਾਉਂਟੀ ਇਹੋ ਜਿਹਾ ਹੈਗਾ ਕੋਈ? ਹਾਂਜੀ, ਸੋ ਬੇਸਿਕਲੀ ਜਦੋਂ ਕਾਉਂਟੀ ਨਾ ਆਪਣੀਆਂ ਦੇਖਦੇ ਆ ਕਿ ਕਿੰਨੀ ਟੋਟਲ ਪੋਪੂਲੇਸ਼ਨ ਆ, ਹਰੇਕ ਡਿਫਰੈਂਟ ਕੌਮ ਦੀ ਕਿੰਨੀ ਪੋਪੂਲੇਸ਼ਨ ਆ, ਉਸ ਮੁਤਾਬਕ ਉਹ ਫਿਗਰ ਆਊਟ ਕਰਦੀ ਹੈ ਕਿ ਕਿਹੜੀਆਂ ਸਹੂਲਤਾਂ ਆਪਣੇ ਨਾ ਸ਼ਹਿਰ ਦੇ ਵਿੱਚ ਲੋੜ ਆ। ਟੋਟਲ ਪੋਪੂਲੇਸ਼ਨ ਆਲਸੋ ਕੱਲੀ ਜਿਹੜੀ ਹੈਗੀ ਆ ਉਹਨਾਂ ਦੀ ਟੋਟਲ ਕਰਕੇ ਉਸ ਹਿਸਾਬ ਨਾਲ ਸਹੂਲਤਾਂ ਦੇਖੀਆਂ ਜਾਂਦੀਆਂ। ਇੱਕ ਤੇ ਗੱਲ ਇੱਕ ਹੋਰ ਆ ਜਾਂਦੀ ਹੈ ਕਿ ਦੇਖੋ ਇੱਕ ਪੰਜਾਬੀ ਹੋ ਕੇ ਜੇ ਕੱਲ੍ਹ ਨੂੰ ਨਾ ਉੱਥੇ ਗੈਰੀ ਸਿੰਘ ਬੈਠਾ ਆ ਤਾਂ ਉਹਨੂੰ ਤੁਸੀਂ ਕਹਿੰਦੇ ਕਿ ਸਾਡੇ ਲਈ ਪੰਜਾਬੀਆਂ ਲਈ ਆਹ ਕਰਕੇ ਦੇ ਜੀ, ਉਹਨਾਂ ਨੇ ਸਾਨੂੰ ਵੀ ਪੁੱਛਣਾ ਕਿ ਹਾਂ ਤੂੰ ਬੈਠਾ ਤਾਂ ਹੈਗਾ ਕਹਿੰਦਾ ਪੰਜਾਬੀਆਂ ਲਈ ਕਰਕੇ ਦੇ। ਪੰਜਾਬੀਆਂ ਨੇ ਵੋਟ ਕਿੰਨੀ ਪਾਈ ਸੀ ਮੰਟੀਕਾ ਦੇ ਵਿੱਚ? ਕੀ ਬਾਤ ਹੈ।
88,000 ਮੰਟਿਕਾ ਦੀ ਪੋਪੂਲੇਸ਼ਨ ਹੈ, ਜੇ ਸਿਰਫ 300 ਪੰਜਾਬੀ ਨੇ ਵੋਟ ਪਾਈ ਸੀ, ਉਹਨੇ ਕਿਹਾ ਹੁਣ 300 ਲਈ ਅਸੀਂ ਕੋਸ਼ਿਸ਼ ਕਰਕੇ ਦਿਖਾਈਏ, ਜਿਹੜਾ ਬਾਕੀ ਜਿਹੜੀ ਪੋਪੂਲੇਸ਼ਨ ਉਹ ਕਿੱਥੇ ਆ। ਅੱਛਾ, ਇਸ ਤੋਂ ਪਹਿਲਾਂ ਕਿ ਅਸੀਂ ਅਗਲੀ ਗੱਲ ਕਰੀਏ, ਇਸ ਵਾਰ ਲੱਗਦਾ ਨਹੀਂ ਤੁਹਾਨੂੰ ਇਹਨਾਂ ਇਲੈਕਸ਼ਨਾਂ ਦੇ ਵਿੱਚ ਥੋੜ੍ਹਾ ਜਿਹਾ ਜਾਂ ਕਾਫੀ ਜ਼ਿਆਦਾ ਪਹਿਲਾਂ ਨਾਲੋਂ ਪੰਜਾਬੀਆਂ ਦੇ ਵਿੱਚ ਉਤਸ਼ਾਹ ਜ਼ਿਆਦਾ, ਕੈਂਡੀਡੇਟ ਵੀ ਸਾਡੇ ਜ਼ਿਆਦਾ ਖੜੇ ਨੇ, ਬੱਚੇ ਯੰਗ ਜਿਹੜੇ ਨੇ ਉਹ ਕਾਫੀ ਜ਼ਿਆਦਾ ਖੜੇ ਨੇ, ਪਹਿਲਾਂ ਨਾਲੋਂ ਲੱਗਦਾ ਫਰਕ, ਵੋਟਾਂ ਪਾਉਣ ਦੇ ਵਿੱਚ ਵੀ ਫਰਕ ਪਏਗਾ ਪਰਸੈਂਟੇਜ ਕੁਛ? ਹਾਂਜੀ, ਮੈਨੂੰ ਲੱਗਦਾ ਹੈ ਕਿ ਬਿਕਾਜ਼ ਆਪਾਂ ਕਾਫੀ ਇਨਵੋਲਵਡ ਹੋ ਰਹੇ ਹਾਂ ਸਾਰੇ ਪਾਸੇ, ਅਪ ਐਂਡ ਡਾਊਨ ਕੈਲੀਫੋਰਨੀਆ ਦੇ ਵਿੱਚ ਤੁਸੀਂ ਕਵਰੇਜ ਕਾਫੀ ਕਰ ਚੁੱਕੇ ਆ ਆਲਰੇਡੀ, ਪਰ ਲੋਕਲੀ ਇੱਥੇ ਵੀ ਆਪਣੇ ਨਾ ਕਾਫੀ ਪੰਜਾਬੀਆਂ ਸਾਰੇ ਮਾਈ ਭੈਣਾਂ ਸਾਰਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੀ ਵੋਟ ਕਿੰਨੀ ਇੰਪੋਰਟੈਂਟ ਆ ਇੱਥੇ ਖਾਸ ਕਰਕੇ। ਸੋ ਮੇਰੇ ਹਿਸਾਬ ਨਾਲ ਹੈ ਕਿ ਕੋਸ਼ਿਸ਼ ਇਹੀ ਚੱਲੂਗੀ ਕਿ ਅਸੀਂ ਜਿਹੜੀ ਉਹ ਵੱਧ ਤੋਂ ਵੱਧ ਵੋਟ ਪਾਈਏ। ਇਸ ਵੇਲੇ ਮੰਟਿਕਾ ਸ਼ਹਿਰ ਦੇ ਵਿੱਚ ਜੇ ਸੋਚਿਆ ਜਾਵੇ ਘੱਟੋ ਘੱਟ 8,000 ਪੋਪੂਲੇਸ਼ਨ ਆ ਜਿਹੜੇ ਆਪਣੇ ਪੰਜਾਬੀਆਂ ਦੀ ਜਿਹੜੇ ਵੋਟ ਪਾ ਸਕਦੇ ਆ। ਅੱਛਾ, ਸੋ ਜੇ ਤੁਸੀਂ ਦੇਖੋ ਕਿ ਆਮ ਇਲੈਕਸ਼ਨ ਜਿਹੜਾ ਆ 8 ਤੋਂ 10,000 ਵੋਟ ਦੇ ਵਿੱਚ ਨਾ ਇੱਕ ਬੰਦਾ ਜਿੱਤ ਸਕਦਾ ਹੈ। ਤੇ ਜਿੱਦਾਂ 8,000 ਤੁਸੀਂ ਦੱਸਿਆ ਵੋਟ ਹੈਗੀ ਆ, ਇਹਦਾ ਮਤਲਬ 8,000 ਵੋਟ ਆ ਤੇ 2,000 ਘਰ ਤਾਂ ਹੋਣਗੇ ਘੱਟੋ ਘੱਟ, ਬਾਹਲੇ ਨਹੀਂ ਤਾਂ 2-3,000। ਤੇ ਤੁਸੀਂ ਸਾਰਿਆਂ ਨੂੰ ਸੰਪਰਕ ਕਰਦੇ ਪੰਜਾਬੀਆਂ ਨੂੰ, ਉਦੋਂ ਪੰਜਾਬੀ ਕੀ ਕਹਿੰਦੇ ਆ ਜੀ ਅਸੀਂ ਤੁਹਾਡੇ ਨਾਲ ਆ? ਬਿਲਕੁਲ। ਤੇ ਬਾਅਦ ਦਾ ਨਹੀਂ ਪਤਾ ਲੱਗਦਾ। ਅੱਛਾ, ਇਹ ਖੈਰ ਸਾਡੀ ਸਮੱਸਿਆ। ਇੱਕ ਹੋਰ ਜਿਹੜੀ ਸਾਡੀ ਪ੍ਰੋਬਲਮ ਆਉਂਦੀ ਆ, ਮੇਰੇ ਵਰਗਿਆਂ ਨੂੰ ਕਹਿ ਲਓ ਜਾਂ ਮੇਰੇ ਤੋਂ ਜਿਹੜੇ ਉੱਪਰਲੇ ਨੇ ਏਜ, ਉਹਨਾਂ ਨੂੰ ਕਹਿੰਦੇ ਜੀ ਵੋਟ ਦੀ ਸਾਨੂੰ ਸਮਝ ਨਹੀਂ ਆਉਂਦੀ। ਜਿਹੜੀ ਘਰੇ ਵੀ ਵੋਟ ਆਈ ਆ, ਪਹਿਲਾਂ ਤਾਂ ਇੱਕ ਇਹ ਆ ਜਿਵੇਂ ਤੁਸੀਂ ਉਹ ਦੱਸਿਆ ਸੀਗਾ, ਉਹ ਕਹਿੰਦੇ ਚਿੱਠੀ ਤਾਂ ਆਈ ਸੀ, ਅਸੀਂ ਤਾਂ ਗਾਰਬੇਜ ਕਰਤੀ, ਵੀ ਰੋਜ਼ ਦਾ ਥੱਬਾ ਚਿੱਠੀਆਂ ਦਾ ਆਉਂਦਾ, ਕੀ ਕਰਨਾ। ਤੇ ਉਹ ਤੁਸੀਂ ਵੀ ਦੱਸਿਆ ਸੀ ਨਾ, ਇੱਕ ਤਾਂ ਇਹ ਵੀ ਜਿਹੜੀ ਚਿੱਠੀ ਪਾਸੇ ਕਰਤੀ ਆ, ਦੂਜਾ ਇਹ ਹੈ ਉਹ ਚਿੱਠੀ ਖੋਲ੍ਹਦੇ ਵੀ ਆ ਜੇ, ਤੇ ਬਾਹਲੇ ਲੋਕਾਂ ਨੂੰ ਉਹਦੀ ਸਮਝ ਨਹੀਂ ਆਉਂਦੀ ਵੀ ਕਰਨਾ ਕੀ ਆ। ਉਹਦੇ ਵਾਸਤੇ ਕੋਈ ਅਵੇਅਰਨੈਸ ਵਾਸਤੇ ਕੋਈ ਤੁਸੀਂ ਕਰ ਰਹੇ ਹੋ ਖਾਸ ਤੌਰ 'ਤੇ ਮੰਟਿਕਾ ਦੀ ਗੱਲ ਕਰੀਏ ਜੀ? ਹਾਂਜੀ ਬਿਲਕੁਲ ਜੀ, ਗੁਰਦੁਆਰੇ ਵੀ ਆਪਾਂ ਨਾ ਸਟਾਲ ਲਾਇਆ ਹੋਇਆ ਇਹੀ ਚੀਜ਼ ਲਈ ਦੱਸਣ ਲਈ ਕਿ ਤੁਸੀਂ ਜੇ ਵੋਟ ਤੁਹਾਡੇ ਘਰ ਆਉਂਦੀ, ਪਹਿਲੀ ਗੱਲ ਤਾਂ ਚਿੱਠੀ ਆ ਰਹੀ ਆ ਉਹਨੂੰ ਲੈ ਕੇ ਆਓ, ਉਹਨੂੰ ਸਿੱਟੋ ਨਾ। ਤਾਂ ਜੇ ਹੁਣ ਤੁਸੀਂ ਲਿਆ ਰਹੇ ਵੀ ਆ, ਜੇ ਤੁਹਾਨੂੰ ਕੋਈ ਅੰਡਰਸਟੈਂਡਿੰਗ ਲੋੜ ਹੈ ਇਨਫੋਰਮੇਸ਼ਨ ਕਿ ਇਹ ਕੀ ਆ, ਕੱਲਾ ਵੋਟ ਪਾਉਣ ਦੇ ਵਿੱਚ ਇਹੀ ਨਹੀਂ ਕਿ ਕੈਂਡੀਡੇਟ ਜਿਹੜੇ ਖੜੇ ਉਹਨਾਂ ਲਈ ਵੋਟ ਪਾ ਦਈਏ, ਜਾਂ ਹੁਣ ਪੰਜਾਬੀ ਇੱਕ ਖੜਿਆ ਉਹ ਲਈ ਵੋਟ ਪਾ ਦਈਏ। ਉੱਥੇ ਪ੍ਰੋਪੋਜੀਸ਼ਨਸ ਡਿਫਰੈਂਟ ਇੰਨੀਆਂ ਚੀਜ਼ਾਂ ਆ ਰਹੀਆਂ ਜਿਹੜੀਆਂ ਆਪਣੇ ਨਵੇਂ ਟੈਕਸ ਰੇਟ ਜਾਂ ਕੁਛ ਤੁਸੀਂ ਚਾਹੁੰਦੇ ਆ ਕਿ ਨਹੀਂ ਚਾਹੁੰਦੇ, ਉਹ ਚੀਜ਼ਾਂ ਜਿਹੜੀਆਂ ਉਹ ਵੀ ਮੈਟਰ ਕਰਦੀਆਂ ਆਪਣੇ ਰੋਜ਼। ਤਾਂ ਆਪਾਂ ਉਹਦੇ ਬਾਰੇ ਕਦੀ ਵੀ ਨਹੀਂ ਸੋਚਦੇ ਕਿ ਇੱਥੇ ਯੈਸ ਕਰਨਾ ਕਿ ਨੋ ਕਰਨਾ, ਕੀ ਫਾਇਦਾ ਹੋਊਗਾ ਕੀ ਨਹੀਂ ਫਾਇਦਾ ਹੋਊਗਾ। ਸੋ ਉਹ ਚੀਜ਼ਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਿਆਂ ਨੂੰ ਦੱਸੀਏ ਕਿ ਸਾਰੀਆਂ ਚੀਜ਼ਾਂ ਇੱਥੇ ਮੈਟਰ ਕਰਦੀਆਂ, ਇਕੱਲਾ ਇਹ ਨਹੀਂ ਕਿ ਹੁਣ ਕੈਨੇਡਾ ਇੱਕ ਵੋਟ ਪਾਤੀ ਤਾਂ ਹੋ ਗਿਆ ਕੰਮ। ਹਾਂ, ਨਹੀਂ ਇਹਦੇ 'ਚ ਵੀ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਜਾਂ ਸਾਡੇ ਜਾਣ ਪਛਾਣ ਦੀ ਗੱਲ ਦੱਸਦਾ। ਉਹ ਕਹਿੰਦੇ ਵੀ ਸਾਨੂੰ ਉਹਦੀ ਚਿੱਠੀ ਦੀ ਸਮਝ ਨਹੀਂ ਆਉਂਦੀ ਵੀ ਕਿਹੜਾ ਟੈਕ ਕਰਨਾ ਕਿਹੜਾ ਨਹੀਂ ਕਰਨਾ। ਤੇ ਇਹਦੇ ਵਾਸਤੇ ਚਲੋ ਸਾਰਿਆਂ ਨੂੰ ਤੁਸੀਂ ਘਰ ਘਰ ਜਾ ਕੇ ਨਹੀਂ ਅਵੇਅਰ ਕਰ ਸਕਦੇ, ਪਰ ਜਿੰਨੇ ਹੁਣ ਟੀਵੀ ਦੇਖਦੇ ਹੋਣਗੇ ਘੱਟੋ ਘੱਟ ਉਹਨਾਂ ਨੂੰ ਪਤਾ ਲੱਗ ਜੇ ਵੀ ਕੀ, ਜਿਵੇਂ ਇੰਡੀਆ ਦੀ ਅਸੀਂ ਗੱਲ ਕਰ ਲਈਏ, ਕੰਪੈਰੀਜ਼ਨ ਕਰੀਏ, ਜਾਂ ਬੈਲਟ ਪੇਪਰ ਪਹਿਲਾਂ ਹੁੰਦੇ ਸੀ ਉਹਦਾ ਚੋਣ ਨਿਸ਼ਾਨ ਹੁੰਦਾ ਸੀ ਤੇ ਜੇ ਤੁਸੀਂ ਮੋਹਰ ਉੱਤੇ ਲਾਉਂਦੇ ਸੀਗੇ, ਹੁਣ ਮਸ਼ੀਨਾਂ ਆ ਗਈਆਂ ਤੇ ਉਹ ਜਿਹੜੇ ਨਾਲ ਬਣੇ ਹੋਈ ਆ, ਮੇਰੇ ਖਿਆਲ ਫੋਟੋਆਂ ਬਣੀਆਂ ਕੈਂਡੀਡੇਟ ਦੀਆਂ EVM ਮਸ਼ੀਨਾਂ ਦੀ, ਤੇ ਉਹ ਬਟਨ ਦਬਾ ਕੇ ਉਹ ਟੀ ਜੀ ਹੁੰਦੀ ਤੇ ਚਲੋ ਵੋਟ ਪੈ ਜਾਂਦੀ ਹੈ। ਇੱਧਰ ਕੀ ਸਿਸਟਮ ਹੈ? ਜਿਹੜਾ ਬੈਲਟ ਪੇਪਰ ਅਸੀਂ ਗੱਲ ਕਰਦੇ ਉਹ ਕੀ ਹੁੰਦਾ? ਉੱਥੇ ਕੈਂਡੀਡੇਟ ਦਾ ਨਾਮ ਹੁੰਦਾ, ਉਹਨੂੰ ਨਾਮ ਨੂੰ ਵੋਟ ਪੈਣੀ ਆ ਜਾਂ ਕੀ ਹੁੰਦਾ? ਸੋ ਸਭ ਤੋਂ ਪਹਿਲਾਂ ਬੈਲਟ ਆਉਣ ਤੋਂ ਪਹਿਲਾਂ ਐਕਚੁਅਲੀ ਹੈ ਨਾ ਘਰ ਆਪਣੇ ਬੁੱਕਸ ਆਉਂਦੀਆਂ ਆ ਜੀ, ਉਹ ਦੱਸ ਰਹੇ ਆ ਕਿ ਇਸ ਸਾਲ ਤੁਹਾਡਾ ਇਲੈਕਸ਼ਨ ਦੇ ਵਿੱਚ ਕੌਣ ਕੌਣ ਖੜਾ ਹੋਇਆ ਆ ਉਹਨਾਂ ਦੀ ਹਿਸਟਰੀ ਆ, ਉਹਨਾਂ ਦੀਆਂ ਸਟੇਟਮੈਂਟਸ ਕੀ ਆ, ਉਹ ਕੀ ਕਰਨਾ ਚਾਹੁੰਦੇ ਆ। ਫਿਰ ਇਕੱਲੇ ਪ੍ਰੋਪੋਜੀਸ਼ਨ ਦੇ ਬਾਰੇ ਜਿਹੜੇ ਹੁੰਦੇ ਉਹਨਾਂ ਦੇ ਬਾਰੇ ਵੀ ਲਿਖਿਆ ਹੁੰਦਾ ਆ ਕਿ ਇਹ ਜੇ ਇਹਨੂੰ ਯੈਸ ਕਰੋਗੇ ਫਿਰ ਇਹਦਾ ਮਤਲਬ ਆ, ਜੇ ਨੋ ਕਰੋਗੇ ਇਹਦਾ ਮਤਲਬ ਆ। ਨਹੀਂ, ਉਹ ਇੰਗਲਿਸ਼ 'ਚ ਹੋਏਗਾ ਨਾ, ਪ੍ਰੋਬਲਮ ਇਹ ਹੈ, ਇਹੀ ਪ੍ਰੋਬਲਮ ਹੈ। ਤੇ ਇਹ ਜਿਹੜੀ ਬੁੱਕ ਤੁਸੀਂ ਕਹਿੰਦੇ ਨਾਲ ਆਉਂਦੀ ਆ, ਮੇਰੇ ਖਿਆਲ ਕਈ ਕਾਉਂਟਰੀਜ਼ ਦੇ ਵਿੱਚ ਤਾਂ ਸ਼ਾਇਦ ਉਹ ਪੰਜਾਬੀ ਵਿੱਚ ਵੀ ਆਉਂਦੀ ਨਾਲ ਕਿ ਨਹੀਂ ਆਉਂਦੀ? ਨਹੀਂ, ਪੰਜਾਬੀ ਹਲੇ ਲਾਗੂ ਨਹੀਂ ਹੋਈ ਹੈ ਐਕਚੁਅਲੀ। ਹੁਣ ਸਪੈਨਿਸ਼ 'ਚ ਆਉਂਦੀ ਆ, ਤਾਂ ਇੰਗਲਿਸ਼ 'ਚ ਆਉਂਦੀ ਆ, ਜਾਂ ਤੇਲਗੂ 'ਚ ਆਉਂਦੀ ਆ। ਤੇ ਇਹ ਵੀ ਤਾਂ ਫਿਰ ਇੱਕ ਵੋਟ ਘੱਟ ਪੈਣ ਦਾ ਕਾਰਨ ਹੈਗਾ ਭਾਜੀ, ਇਹਦਾ ਫਿਰ ਕੀ ਹੱਲ ਹੈ? ਸੋ ਇਹ ਹੁਣ ਸਟੇਟ ਲੈਵਲ ਤੇ ਗੱਲ ਆ ਜਾਂਦੀ ਹੈ ਆਪਣੀ ਕਿ ਜੇ ਆਪਾਂ ਹੁਣ ਅਨਫੋਰਚੂਨੇਟਲੀ ਦੋਨੇ ਪਾਸੇ ਗੱਲ ਆ ਜਾਂਦੀ ਰਾਈਟ, ਕਿ ਜੇ ਆਪਾਂ ਵੋਟ ਪਾਉਂਦੇ ਆ ਫਿਰ ਆਪਣੀ ਆਵਾਜ਼ ਹੋਊਗੀ, ਪਰ ਜੇ ਆਪਾਂ ਹੁਣ ਆਵਾਜ਼ ਬਣਾਉਣ ਲਈ ਪਹਿਲਾਂ ਵੋਟ ਕਿੱਦਾਂ ਪਾਉਣੀ ਆ, ਉਹ ਵੀ ਦੋਨੇ ਪਾਸੇ ਕਨੈਕਟਡ ਆ। ਸੋ ਅਨਫੋਰਚੂਨੇਟਲੀ ਇਹ ਫੇਰ ਹੀ ਆਉਣੀ ਆ ਕਿ ਜੇ ਆਪਾਂ ਵੋਟ ਪਾਉਂਗੇ, ਆਪਣੇ ਨੰਬਰਸ ਵਧੂਗੇ, ਫਿਰ ਆਪਾਂ ਵੀ ਜਾ ਕੇ ਸਟੇਟ ਲੈਵਲ ਤੇ ਕਹਿ ਸਕਦੇ ਆ ਕਿ ਜੀ ਸਾਨੂੰ ਪੰਜਾਬੀ ਚਾਹੀਦੀ ਆ, ਮਾਂ ਬੋਲੀ ਸਾਡੇ ਸਕੂਲਾਂ 'ਚ ਚਾਹੀਦੀ ਆ, ਸਾਡੇ ਜਿਹੜੇ ਟ੍ਰਾਂਸਲੇਸ਼ਨ ਪੇਪਰ ਵਰਕ ਹੈ ਉਹ ਵੀ ਸਾਰੇ ਪੰਜਾਬੀ 'ਚ ਹੋਣ। ਜੀ, ਇਹ ਆਉਣ ਵਾਲੇ ਸਮੇਂ 'ਚ ਸੰਭਵ ਹੋ ਸਕਦਾ ਹੈ। ਤੇ ਫਿਲਹਾਲ ਬਹੁਤ ਸਾਰੇ ਜਗ੍ਹਾ ਮੈਂ ਦੇਖ ਰਿਹਾ ਸੀਗਾ, ਅਸੀਂ ਬੇਕਰਸਫੀਲਡ ਦੀ ਵੀ ਇੱਕ ਕਰ ਰਹੇ ਸੀ ਕੰਪੇਨ, ਤੇ ਉਹ ਗੁਰਦੁਆਰਿਆਂ ਵਿੱਚ ਕਾਫੀ ਜ਼ਿਆਦਾ ਅਵੇਅਰ ਕਰ ਰਹੇ ਨੇ, ਦੱਸ ਰਹੇ ਨੇ, ਖਾਸ ਤੌਰ ਤੇ ਜਕਾਰਾ ਮੂਵਮੈਂਟ ਵਾਲੇ ਕਾਫੀ। ਤੇ ਇਦਾਂ ਦਾ ਕੋਈ ਹੋਰ ਮਤਲਬ ਮੇਨ ਤਾਂ ਗੱਲ ਇਹ ਹੈ ਜੀ, ਜਿਹੜੀ ਵੋਟ ਬਣੀ ਹੈ, ਸਿਟੀਜ਼ਨ ਬਣ ਗਏ ਬਜ਼ੁਰਗ ਸਾਡੇ ਆ ਕੇ, ਤੇ ਉਹ ਉਹਨਾਂ ਦਾ ਹੌਸਲਾ ਹੀ ਨਹੀਂ ਪੈਂਦਾ
ਵੀ ਸਾਡੇ ਕੋਲ ਵੋਟ ਕਿਤੇ ਗਲਤ ਨਾ ਪੈ ਜਾਏ ਜਾਂ ਗਲਤ ਨਾ ਹੋਵੇ, ਫਿਰ ਸਾਈਨ ਵਗੈਰਾ ਮੇਰੇ ਖਿਆਲ ਕਰਨੇ ਪੈਂਦੇ ਆ। ਤੇ ਜਿਹੜੇ ਘਰਾਂ ਦੇ ਵਿੱਚ ਬੱਚੇ ਨੇ ਯੰਗ ਪੜ੍ਹੇ ਲਿਖੇ ਆ ਜਾਂ ਪੜ੍ਹਦੇ ਨੇ ਅੱਜ ਕੱਲ੍ਹ ਇੱਥੇ ਉਹ ਸਮਝਾ ਸਕਦੇ ਆ ਬਜ਼ੁਰਗ ਜਾਂ ਉਹ ਭਰ ਸਕਦੇ ਫਾਰਮ ਉਹਨਾਂ ਦਾ? ਬਿਲਕੁਲ, ਇਹੀ ਉਹ ਹੈਲਪ ਕਰ ਸਕਦੇ ਆ। ਇੱਥੇ ਇੱਕ ਮੌਕਾ ਆ ਯੂਥ ਜਿਹੜਾ ਆ ਆਪਣੇ ਬਜ਼ੁਰਗਾਂ ਦੇ ਨਾਲ ਇਕੱਠੇ ਹੋ ਕੇ ਨਾ ਆਪਣੀ ਜਿਹੜੀ ਫਿਊਚਰ ਆ ਉਹ ਲਈ ਹੈਲਪ ਕਰ ਸਕਦੇ ਇੱਕ ਦੂਜਿਆਂ ਦੇ। ਡੈਫੀਨਿਟਲੀ ਅਸੀਂ ਵੀ ਇਹੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਸਾਡੇ ਕੋਲ, ਪਰ ਹਰੇਕ ਬੰਦਾ ਗੁਰਦੁਆਰੇ ਸ਼ਹਿਰਨਾਸ ਸਾਡੇ ਕੋਲ ਪਹੁੰਚ ਸਕੇ, ਪਰ ਘਰ ਦੇ ਵਿੱਚ ਵੀ ਤੁਸੀਂ ਕਰ ਸਕਦੇ। ਪਰ ਓਨੈਸਟਲੀ ਤੁਹਾਨੂੰ ਇਵੇਂ ਮੈਂ ਦੱਸੂਗਾ ਕਿ ਜਦੋਂ ਵੋਟ ਪੈਂਦੀਆਂ ਵੀ ਆ ਨਾ, ਜਿਹੜੇ ਸੋਚਿਆ ਜਾਵੇ ਕਿਹੜੇ ਪਰਸੈਂਟੇਜ ਸਭ ਤੋਂ ਜ਼ਿਆਦਾ ਪੈਂਦੀ ਆ, ਐਕਚੁਅਲੀ ਬਜ਼ੁਰਗਾਂ ਦੀ ਪੈਂਦੀ ਆ। ਅੱਛਾ, ਜਿਹੜੇ ਯੰਗ ਆ ਤੇ ਮਿਡਲ ਏਜ ਆ ਉਹ ਐਕਚੁਅਲੀ ਨਹੀਂ ਪਾਉਂਦੇ ਵੋਟ। ਜੇ ਟੋਟਲ ਵੋਟ ਵੀ ਗਿਣੀ ਜਾਵੇ, ਇਹ ਇਕੱਲੇ ਆਪਣੇ ਪੰਜਾਬੀਆਂ 'ਚ ਨਹੀਂ ਪ੍ਰੋਬਲਮ ਹੈਗੀ, ਸਾਰੀ ਕਮਿਊਨਿਟੀ ਦੇ। ਅੱਛਾ, ਕਮਿਊਨਿਟੀਜ਼ ਸਭ ਤੋਂ ਜ਼ਿਆਦਾ ਵੋਟ ਜਿਹੜੀ ਹੈ 60 ਪਲੱਸ ਦੀ ਪੈਂਦੀ ਹੈ। ਤੇ ਫਿਰ ਹੁਣ ਇਹ ਵੀ ਇੱਕ ਸਵਾਲ ਬਹੁਤ ਵੱਡਾ ਔਰ ਸੋਚਣ ਵਾਲਾ ਹੈ ਕਿ ਯੂਥ ਜਿਹੜਾ ਉਹ ਵੋਟ ਕਿਉਂ ਨਹੀਂ ਪਾਉਂਦਾ? ਅੱਜ ਕੱਲ੍ਹ ਤਾਂ ਹੁਣ ਵੋਟਾਂ ਦੇ ਵਿੱਚ ਖੜੇ ਵੀ ਬਹੁਤ ਨੇ ਯੂਥ, ਤੇ ਉਹ ਯੂਥ ਵੋਟ ਕਿਉਂ ਨਹੀਂ ਪਾਉਂਦਾ? ਉਹਨਾਂ ਨੂੰ ਕਿਵੇਂ ਅਸੀਂ ਇਨਕਰੇਜ ਕਰ ਸਕਦੇ ਵੋਟ ਪਾਓ ਭਾਈ ਤੁਸੀਂ? ਇੱਕ ਯੂਥ ਜਿਹੜਾ ਅਨਫੋਰਚੂਨਟਲੀ ਜਿਹੜੇ ਓਲਡਰਸ ਆ ਉਹ ਰਿਟਾਇਰਡ ਹੁੰਦੇ ਆ, ਉਹਨਾਂ ਕੋਲ ਟਾਈਮ ਹੁੰਦਾ ਉਸ ਉਹਦਾ। ਆਈ ਥਿੰਕ ਓਨੈਸਟਲੀ ਇੱਕ ਇਸ਼ੂ ਕੱਲੀ ਇਹ ਨਹੀਂ ਕਿ ਟਾਈਮ ਨਹੀਂ ਹੈਗਾ, ਉਹ ਪ੍ਰਾਇੋਰਟੀ ਨਹੀਂ ਦਿੰਦੇ ਜੀ ਜੀ ਜੀ, ਤਾਂ ਉਹ ਸੋਚਦੇ ਕਿ ਮੈਟਰ ਨਹੀਂ ਕਰਦਾ। ਪਰ ਜਿੱਦਾਂ ਤੁਸੀਂ ਕਿਹਾ ਕਿ ਯੰਗ ਲੋਕ ਜਿਹੜੇ ਖੜੇ ਹੋ ਰਹੇ ਅੱਜ ਕੱਲ੍ਹ, ਉਹ ਯੰਗ ਖੜੇ ਹੋਊਗੇ, ਉਹਨਾਂ ਨੂੰ ਲੱਗੂਗਾ ਕਿ ਦੇਖੋ ਜੀ ਇੱਥੇ ਜਿੰਨੇ ਵੀ ਸਾਰੇ ਵੱਡੀਆਂ ਪੋਸਟਾਂ ਦੇ ਖੜੇ ਸਾਰੇ ਬਜ਼ੁਰਗ ਨਹੀਂ ਹੈਗੇ, ਯੰਗ ਵੀ ਸਾਡੇ ਵਰਗੇ ਵੀ ਹੈਗੇ ਆ। ਨਹੀਂ, ਹੁਣ ਤਾਂ ਬੱਚੇ ਯੰਗ ਬੱਚੇ ਬਹੁਤ ਖੜੇ ਨੇ, ਤੁਸੀਂ ਵੀ ਯੰਗ ਹੀ ਹੋ ਵੈਸੇ, ਐਸੀ ਗੱਲ ਨਹੀਂ। ਤੇ ਬਾਕੀ ਇਦੋਂ ਵੀ ਯੰਗ ਮੈਂ ਦੇਖੇ ਬਹੁਤ ਸਾਰੇ ਕਾਫੀ, ਸੋ ਉਹਨਾਂ ਨੂੰ ਔਰ ਰਿਲੇਟ ਕਰ ਸਕਦੇ ਹੁਣ ਉਹਨਾਂ ਦੇ ਨਾਲ, ਰਾਈਟ, ਕਿ ਅਸੀਂ ਵੀ ਇਹਨਾਂ ਵੋਟ ਪਾ ਸਕਦੇ ਹਾਂ, ਅਸੀਂ ਵੀ ਸਾਡੇ ਵਰਗਾ ਲੱਗਦਾ ਕੋਈ ਖੜਾ ਹੋਇਆ ਆ। ਸੋ ਆਈ ਥਿੰਕ ਉਹਨਾਂ ਇਹ ਬੈਟਰ ਹੋਊਗਾ ਹੌਲੀ ਹੌਲੀ ਜੀ। ਚਲੋ ਨਾਲ ਦੀ ਨਾਲ ਸਾਡਾ ਬ੍ਰੇਕ ਦਾ ਇੱਕ ਸਮਾਂ ਹੋ ਗਿਆ ਜੀ, ਬ੍ਰੇਕ ਵੀ ਸਾਨੂੰ ਲੈਣੀ ਪੈਣੀ ਹੈ। ਸਾਡੇ ਜਿਹੜੇ ਮਹਿਮਾਨ ਇੱਥੇ ਆਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਘਰਾਂ ਵਿੱਚ ਬੈਠੇ ਜਿਹੜੇ ਦਰਸ਼ਕ ਦੇਖ ਰਹੇ ਨੇ। ਕੋਸ਼ਿਸ਼ ਸਾਡੀ ਇਹੀ ਹੈ ਜੀ, ਕਹਿੰਦੇ ਵੀ ਚੌਕੀਦਾਰ ਦਾ ਕੰਮ ਹੁੰਦਾ ਹੋਕਾ ਦੇਣਾ, ਬਾਕੀ ਜਾਗਦੇ ਰਹਿਣਾ, ਨਹੀਂ ਰਹਿਣਾ ਤਾਂ ਉਹ ਘਰ ਵਾਲੇ ਦੀ ਮਰਜ਼ੀ ਹੁੰਦੀ ਆ। ਸੋ ਸਾਡਾ ਹੋਕਾ ਇਹ ਆ ਕਿ ਬਈ ਵੋਟ ਜਿਹੜੀ ਆ ਜੇ ਬਜ਼ੁਰਗ ਪਾਉਂਦੇ ਨੇ ਤਾਂ ਉਹ ਬੱਚਿਆਂ ਨੂੰ ਵੀ ਜ਼ਰੂਰ ਕਹੋ, ਤੇ ਜੇ ਬੱਚੇ ਪਾਉਂਦੇ ਨੇ ਬਜ਼ੁਰਗ ਨਹੀਂ ਪਾਉਂਦੇ ਤੇ ਉਹ ਬਜ਼ੁਰਗਾਂ ਨੂੰ ਕਹੋ ਵੀ ਭਾਈ ਵੋਟ ਪਾਉਣੀ ਕਿਉਂ ਜ਼ਰੂਰੀ ਹੈ ਸਾਡੀ ਕਮਿਊਨਿਟੀ ਲਈ। ਇੱਧਰਲੇ ਮੁਲਕਾਂ 'ਚ ਖਾਸ ਤੌਰ 'ਤੇ ਗੱਲ ਕਰੀਏ, ਇੱਕ ਬ੍ਰੇਕ ਲੈਂਦੇ ਹਾਂ, ਫਿਰ ਹਾਜ਼ਰ ਨੇ, ਦੇਖਦੇ ਰਹੋ ਜਸ ਪੰਜਾਬੀ। ਵਾਹ ਜੀ ਵਾਹ, ਵਾਹ ਜੀ ਵਾਹ, ਗੈਰੀ ਭਾਜੀ ਹੌਸਲਾ ਵੈਸੇ ਹੀ ਬਹੁਤ ਵੱਧ ਜਾਂਦਾ, ਪੂਰਾ ਉਤਸ਼ਾਹ ਹੈਗਾ ਜੀ ਸਾਡੇ ਪੰਜਾਬੀਆਂ ਦੇ ਵਿੱਚ, ਸਾਰੇ ਇਕੱਠੇ ਹੋਏ ਨੇ ਇੱਥੇ। ਤੇ ਅੱਛਾ, ਹੁਣ ਆਪਾਂ ਗੱਲ ਕਰੀਏ ਜੀ ਕਿ ਚਲੋ ਗੈਰੀ ਤੁਸੀਂ ਪਹਿਲਾਂ ਡਿਪਟੀ ਮੇਅਰ ਹੈਗੇ ਹੋ, ਇਸ ਤੋਂ ਪਹਿਲਾਂ ਮੇਰੇ ਖਿਆਲ ਪਹਿਲੇ ਸਟੈਪ ਤੋਂ ਸਿਟੀ ਕੌਂਸਲ ਤੋਂ ਸ਼ੁਰੂ ਹੋਏ ਹੋਣਗੇ। ਸਿਟੀ ਪਲੈਨਿੰਗ ਕਮਿਸ਼ਨ ਤੋਂ ਸ਼ੁਰੂ ਹੋਏ ਸਿਟੀ ਕੌਂਸਲ, ਠੀਕ ਹੈ ਠੀਕ ਹੈ। ਤੇ ਸਟੈਪ ਅੱਗੇ ਕਿੰਨੇ ਕਰਾਂਦੇ ਰਾਸ਼ਟਰਪਤੀ ਤੱਕ? ਰਾਸ਼ਟਰਪਤੀ ਤੱਕ ਕਿੰਨੇ ਕਰਾਂਦੇ ਸਟੈਪ ਜੀ? ਹਾਲੇ ਬਹੁਤ ਸਟੈਪ ਹੈ। ਅੱਛਾ ਅੱਛਾ, ਚਲੋ। ਤੇ ਚਲੋ ਅਸੀਂ ਗੱਲ ਕਰਦੇ ਹਾਂ ਕਿ ਮੰਟੀਕਾ ਦੇ ਵਿੱਚ ਸਾਨੂੰ ਵੀ ਸਾਡੇ ਨੇੜੇ ਪੈਂਦਾ ਜਾਂਦੇ ਹੁੰਦੇ ਰਹੀਦਾ, ਕੀ ਸਮੱਸਿਆਵਾਂ ਨੇ ਜੀ ਮੰਟੀਕੇ ਦੀਆਂ ਜਿਹੜੀਆਂ ਕਿ ਖਾਸ ਤੌਰ 'ਤੇ ਅਸੀਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਨਾਲ ਰਿਲੇਟਡ ਜਿਹੜੀਆਂ ਸਾਨੂੰ ਤੁਸੀਂ ਹੱਲ ਕੀਤੀਆਂ ਵੀ ਹੋਣਗੀਆਂ ਡਿਪਟੀ ਮੇਅਰ ਰਹਿੰਦੇ ਹੋਏ, ਤੇ ਹੋਰ ਮੇਅਰ ਤੁਸੀਂ ਬਣ ਜਾਂਦੇ ਹੋ ਤਾਂ ਫਿਰ ਉਦੋਂ ਬਾਅਦ ਕਿਹੜੀਆਂ ਸਮੱਸਿਆਵਾਂ ਲੱਗਦੀਆਂ? ਹਾਂਜੀ ਬਿਲਕੁਲ, ਪਿਛਲੀ ਵਾਰੀ ਚਲੋ ਆਪਾਂ ਗੱਲ ਕੀਤੀ ਸੀ ਉਦੋਂ ਵੀ, ਪਰ ਮੇਰੇ ਹਿਸਾਬ ਨਾਲ ਕਿ ਥੋੜੀ ਆਪਾਂ ਗੱਲ ਕਰੀਏ ਕਿ ਇੱਕ ਤਾਂ ਬਿਲਕੁਲ ਜਿਹੜੀ ਹੈਗੀ ਹੈ ਜੌਬਸ ਸਿਚੁਏਸ਼ਨ ਜਿਹੜੀ ਆ, ਜੌਬਸ ਦੀ ਜਿਹੜੀ ਸਿਚੁਏਸ਼ਨ ਆ ਕਿ ਇਸ ਏਰੀਆ ਦੇ ਵਿੱਚ ਮੋਸਟ ਆਫ ਟਾਈਮ ਕਿ ਜੌਬਾਂ ਜਿਹੜੀਆਂ ਆ ਉਹ ਸਾਰੀਆਂ ਜਾ ਰਹੀਆਂ ਆ ਓਵਰ ਦਾ ਹਿੱਲ। ਸੋ ਲੋਕ ਜਿਹੜੇ ਆ ਕਮਿਊਟ ਕਰ ਰਹੇ 6-6 ਘੰਟੇ ਰੋਜ਼ ਆਉਣਾ ਵਾਪਸ ਆਉਣਾ। ਸੋ ਹੁਣ ਇੱਕ ਇਹ ਓਪਰਚੁਨਿਟੀ ਆਪਣੀ ਕਿ ਬਹੁਤ ਆਪਣੇ ਪੰਜਾਬੀ ਵੀ ਸਾਰੇ ਆ ਗਏ ਆ ਇੱਥੇ ਕਿ ਆਪਾਂ ਹੁਣ ਉਹ ਕੰਪਨੀਆਂ ਜਿਹੜੀਆਂ ਉੱਧਰ ਆ ਉਹਨਾਂ ਨੂੰ ਮਾਰਕੀਟ ਕਰ ਸਕਦੇ ਕਿ ਦੇਖੋ ਸਾਡੇ ਕੋਲ ਜਗ੍ਹਾ ਹੈਗੀ ਇੱਥੇ ਖੁੱਲੀ, ਤਾਂ ਤੁਹਾਡੇ ਜਿਹੜੇ ਵਰਕਫੋਰਸ ਆ ਜਿਹੜੇ ਕੰਮ ਕਰਨ ਵਾਲੇ ਉਹ ਵੀ ਇੱਥੇ ਹੈਗੇ ਆ ਕਿ ਤੁਸੀਂ ਵੀ ਆਪਣੀ ਕੰਪਨੀ ਇੱਥੇ ਲੈ ਕੇ ਆਓ ਕਿ ਆਪਣਾ ਉਨਾ ਹੀ ਜਿਹੜਾ ਟ੍ਰੈਫਿਕ ਘਟੂਗੀ ਫ੍ਰੀਵੇਜ਼ 'ਤੇ, ਇੰਨਾ ਹੀ ਟਾਈਮ ਜਿਹੜੇ ਆ ਸਾਰੇ ਆਪਣੇ ਫੈਮਿਲੀ ਨਾਲ ਸਪੈਂਡ ਕਰ ਸਕਦੇ ਹੋ, ਹਾਈਵੇ 'ਤੇ ਨੇ ਬੈਠੇ ਰਹਿਣ। ਤਾਂ ਇਹ ਇੱਕ ਓਪਰਚੁਨਿਟੀ ਆਪਣੇ ਲਈ ਬਿਲਕੁਲ ਹੈਗੀ ਆ। ਤੇ ਵੈਸੇ ਵੀ ਕੋਵਿਡ ਦੇ ਦੌਰਾਨ ਮੇਰੇ ਖਿਆਲ ਇਹ ਦੋ ਸ਼ਹਿਰ ਜਿਹੜੇ ਨੇ ਬੇ ਏਰੀਏ ਤੋਂ ਬਾਅਦ ਆਉਂਦੇ ਨੇ, ਮੰਟੀਕਾ ਤੇ ਲੈਥਰੋਪ,
ਹਾਂਜੀ। ਜਿਹੜੇ ਕਿ ਸਭ ਤੋਂ ਫਾਸਟ ਗਰੋ ਹੋਏ ਨੇ, Right. ਬਹੁਤ ਲੋਕ ਇਹਦੇ 'ਚ ਜ਼ਿਆਦਾ ਆਏ ਨੇ ਆ ਰਹੇ ਹਾਂ ਅਸੀਂ ਤੇ ਪੂਰੇ ਤਾਂ ਕਿਉਂਕਿ ਉੱਥੋਂ ਵਰਕ ਫਰੋਮ ਹੋਮ ਹੁੰਦਾ, ਜਦੋਂ ਲੋਕ ਨੇ ਵੀ ਯਾਰ Yeah. ਘਰ ਮਿਲੀਅਨ ਦਾ ਵੇਚ ਕੇ ਤੇ ਇੱਥੇ 5-4 ਲੱਖ ਦਾ ਲੈ ਕੇ ਤੇ 5-4 ਲੱਖ ਹੁਣ ਦਾ 5 ਲੱਖ ਦਾ ਹੁਣ ਤਾਂ ਨਹੀਂ, ਹੁਣ ਤਾਂ ਔਖਾ। ਚਲੋ ਇਹ ਚੀਜ਼ਾਂ ਸਾਰੀਆਂ ਚੱਲਦੀਆਂ ਰਹਿਣੀਆਂ। ਤੇ ਤੁਸੀਂ ਜਦੋਂ ਪਹਿਲਾਂ ਇਸ ਲਾਈਨ ਦੇ ਵਿੱਚ ਆਏ ਹੋ, ਪਹਿਲਾਂ ਪਲੈਨਿੰਗ ਕਮਿਸ਼ਨ ਦੇ ਤੌਰ ਤੇ ਆਏ ਸੀਗੇ, ਤਾਂ ਉਦੋਂ ਕੀ ਮਨ ਦੇ ਵਿੱਚ ਸੀਗੇ ਬਲਬਲੇ ਵੀ? ਮਨ ਦੇ ਵਿੱਚ ਓਨੈਸਟਲੀ ਇਦਾਂ ਦਾ ਕੋਈ ਨਹੀਂ ਸੀ, ਕੋਈ ਪੋਲਿਟਿਕਸ ਦਾ ਕਦੀ ਨਹੀਂ ਸੋਚਿਆ ਸੀ। ਆਪਣੇ ਫੈਮਿਲੀ 'ਚ ਕੋਈ ਪੋਲਿਟਿਕਸ 'ਚ ਨਹੀਂ ਹੈਗਾ। ਇੱਕ ਬੇਸਿਕਲੀ ਇੱਕ ਆਮ ਮੁੰਡਾ ਹੀ ਸੀ ਜਿਹੜਾ ਗਰੋ ਅਪ ਹੋਇਆ ਇੱਥੇ ਸ਼ਹਿਰ ਦੇ ਵਿੱਚ, ਇੱਥੇ ਸਕੂਲ ਪੜ੍ਹਿਆ, ਤੁਹਾਡੇ ਲੈਥਰੋ 'ਚ ਪੜ੍ਹਿਆ, ਫਿਰ ਮਟਿੱਕਾ 'ਚ ਪੜ੍ਹਿਆ, ਤਾਂ ਇੱਥੋਂ ਗਾਂ ਤੋਂ ਗਾਂ ਚਲੋ ਰੀਅਲ ਏਸਟੇਟ 'ਚ ਪੈ ਗਿਆ, ਆਪਣਾ ਸਮਾਲ ਬਿਜ਼ਨਸ ਸੀ। ਸੋ ਉਹਦੇ 'ਚ ਸੋਚਿਆ ਕਿ ਇਹ ਇੱਕ ਓਪਰਚੁਨਿਟੀ ਆ ਆਪਣੇ ਪੰਜਾਬੀਆਂ ਲਈ, ਆਪਣੀ ਕਮਿਊਨਿਟੀ ਨੂੰ ਸਰਵ ਕਰਨ ਲਈ। ਇੱਥੇ ਪੜ੍ਹੇ ਆ, ਸੋ ਲੈਂਗੁਏਜ ਦੀ ਜਿਹੜੀ ਇਸ਼ੂ ਬਹੁਤ ਲੋਕਾਂ ਨੂੰ ਪੈਂਦੀ ਆ, ਉਹ ਚਲੋ ਆਪਾਂ ਨੂੰ ਨਹੀਂ ਹੈਗੀ ਸੀ। ਸੋ ਓਪਰਚੁਨਿਟੀ ਮੌਕਾ ਮਿਲਿਆ ਪਲੈਨਿੰਗ ਕਮਿਸ਼ਨ ਦਾ, ਉਦੋਂ ਆਪਾਂ ਚੁਣ ਹੋ ਗਏ। ਤਾਂ ਉਦੋਂ ਇਹੀ ਸੀ ਕਿ ਜਿੱਦਾਂ ਫਿਊਚਰ ਹੈ ਜੋ ਸ਼ਹਿਰ ਦਾ, ਉਹ ਪਲਾਨ ਕਰ ਸਕਦੇ ਹਾਂ, ਸੋਚ ਸਕਦੇ ਹਾਂ ਕਿੱਦਾਂ ਦਾ ਫਿਊਚਰ ਆਪਣੇ ਗਾਂ ਬੱਚਿਆਂ ਲਈ ਨਾ ਸੈੱਟ ਕਰੀਏ। ਸੋ ਪਲੈਨਿੰਗ ਕਮਿਸ਼ਨ ਤੇ ਇਸ ਹਿਸਾਬ ਨਾਲ ਸ਼ੁਰੂ ਹੋਈ ਸੀ। ਉਦੋਂ ਯੰਗੈਸਟ ਪਲੈਨਿੰਗ ਕਮਿਸ਼ਨਰ ਸੀ ਮੈਂ ਉਦੋਂ ਸ਼ਹਿਰ ਦਾ। ਤਾਂ ਉੱਥੋਂ ਵੀ ਗਾਂ ਗੱਲ ਇਹੀ ਹੈ ਹੋਈ ਕਿ ਉੱਥੋਂ ਵੀ ਕਦੀ ਇਹ ਨਹੀਂ ਸੋਚਿਆ ਸੀ ਕਿ ਕਾਉਂਸਲਮੈਨ ਲਈ ਖੜੇ ਹੋਣਗੇ ਜਾਂ ਬਣੂਗੇ ਕਿਸੇ ਦਿਨ ਇੱਕ ਦਿਨ। ਉੱਥੇ ਸਿਰਫ ਇਸ਼ੂ ਇੱਦਾਂ ਹੀ ਆਏ ਆ ਕਿ ਘੜੀ ਕੁ ਪਲੈਨਿੰਗ ਜਿਹੜੀ ਸੀ, ਅਸੀਂ ਸੋਚਦੇ ਸੀ ਕਿ ਫਿਊਚਰ ਦੀ ਕੀ ਕਰੀਏ ਆਪਣੀ ਕਮਿਊਨਿਟੀ ਲਈ, ਸਾਰਿਆਂ ਲਈ। ਪਰ ਉਹ ਲਾਰਜ ਟਾਈਮਸ ਕੀ ਹੁੰਦਾ, ਜਿਹੜੀ ਪਲੈਨਿੰਗ ਕਮਿਸ਼ਨ ਉਹ ਸਿਟੀ ਕਾਉਂਸਲ ਦੇ ਥੱਲੇ ਹੁੰਦੀ ਆ ਜੀ। ਸੋ ਅਸੀਂ ਜਦੋਂ ਸਿਰਫ ਰਿਕੁਐਸਟ ਕਰ ਸਕਦੇ ਕਿ ਆਹ ਚੀਜ਼ਾਂ ਸਾਨੂੰ ਚਾਹੀਦੀਆਂ ਆ ਸ਼ਹਿਰ ਦੇ ਵਿੱਚ, ਜਾਂ ਇਹਨੂੰ ਇੱਦਾਂ ਬਣਾਓ। ਲਾਰਜ ਟਾਈਮ ਕੀ ਹੁੰਦਾ ਸੀ ਕਿ ਉਹ ਕਾਉਂਸਲ ਲੈਵਲ ਤੇ ਜਾਂਦੀਆਂ ਸੀ, ਤਾਂ ਉੱਥੇ ਉਹ ਫਲਿੱਪ ਕਰ ਦਿੰਦੇ ਸੀ ਬਸ। ਉਹਨਾਂ ਨੇ ਜਿੱਦਾਂ ਦਾ ਅੱਗੇ ਸੀ ਉੱਦਾਂ ਦਾ ਚਾਹੁੰਦੇ ਸੀ, ਜੋ ਪੁਰਾਣਾ ਮਟਿੱਕਾ ਹੈਗਾ ਆ ਨਾ। ਸੋ ਉਹ ਸੋਚ ਕੇ ਗੱਲ ਕਰ ਕੇ ਇੱਦਾਂ ਹੀ ਬੇਸਿਕਲੀ ਸ਼ੁਰੂ ਹੋ ਗਿਆ ਕਿ ਇੱਥੇ ਹੁਣ ਇੱਥੇ ਬੈਠ ਕੇ ਮੈਂ ਕੁਛ ਨਹੀਂ ਚੇਂਜ ਕਰ ਸਕਦਾ ਜਿੰਨੇ ਕਰੋਨਾ ਦੇ ਉੱਪਰ ਨਹੀਂ ਪਹੁੰਚਦਾ। ਤਾਂ ਫਿਰ ਇੱਦਾਂ ਹੀ ਸ਼ੁਰੂ ਹੋਇਆ ਕਿ ਉਦੋਂ ਦੌੜ ਸ਼ੁਰੂ ਹੋਈ ਕਿ ਖੜੇ ਹੋਈਏ ਸਿਟੀ ਕਾਉਂਸਲ ਲਈ। ਤਾਂ ਉਦੋਂ ਵੀ ਹਾਲੇ ਕੋਈ ਇੱਦਾਂ ਦਾ ਸੋਚਿਆ ਨਹੀਂ ਸੀ ਕਿ ਕੋਈ ਹੋਊਗਾ, ਪਰ ਬਹੁਤ ਹਾਰਡ ਵਰਕ ਦੇ ਨਾਲ, ਬਹੁਤ ਕਮਿਊਨਿਟੀ ਸਪੋਰਟ ਦੇ ਨਾਲ, ਆਪਣੀ ਕਮਿਊਨਿਟੀ ਦੀ ਨਾਲ ਵੀ ਕੱਲੇ ਅਸੀਂ ਦਰਵਾਜ਼ੇ ਖੜਕਾਏ ਉਦੋਂ ਸਾਰੇ ਕਮਿਊਨਿਟੀਆਂ ਦੇ, ਇਕੱਲੇ ਆਪਣੇ ਨਹੀਂ ਹੈਗੇ। ਤਾਂ ਉਸ ਬੇਸ ਤੇ ਆਪਾਂ ਉਦੋਂ ਜਿੱਤ ਗਏ ਸਿਟੀ ਕਾਉਂਸਲ ਲਈ। ਤਾਂ ਹਾਈਐਸਟ ਵੋਟ ਗੇਟਰ ਸੀ, ਪਲੱਸ ਉਦੋਂ ਯੰਗੈਸਟ ਇਲੈਕਟਿਡ ਅਫੀਸ਼ੀਅਲ ਸੀ। ਤਾਂ ਫਿਰ 2020 ਆਇਆ, ਕੋਵਿਡ ਦਾ ਦੌਰ ਆ ਗਿਆ। ਉਦੋਂ ਵੀ ਇੱਕ ਤੁਸੀਂ ਸੋਚੋ ਕਿ ਕੋਈ ਖੁਸ਼ ਨਹੀਂ ਸੀ ਹੈਗਾ ਜੀ, ਬਿਕਾਜ਼ ਸਾਰੇ ਘਰਾਂ ਦੇ ਵਿੱਚ ਸੀ, ਬਿਜ਼ਨੈਸਿਸ ਬੰਦ ਹੋ ਰਹੇ ਸੀ, ਇਸ਼ੂਜ਼ ਹੋ ਰਹੀਆਂ ਸੀ ਜੀ। ਤਾਂ ਉਦੋਂ ਅਸੀਂ ਵੀ ਕੋਸ਼ਿਸ਼ ਕਰ ਰਹੇ ਕਿ ਕੋਈ ਵੱਖਰੇ ਤਰੀਕਿਆਂ ਦੇ ਨਾਲ ਕਿੱਦਾਂ ਸਪੋਰਟ ਕਰੀਏ। ਸਮਾਲ ਬਿਜ਼ਨਸ ਬੈਕਗ੍ਰਾਉਂਡ ਹੈ ਮੇਰੀ, ਸੋ ਬਿਜ਼ਨਸਾਂ ਨੂੰ ਕਿੱਦਾਂ ਸਪੋਰਟ ਕਰੀਏ ਕਿ ਉਹ ਹਲੇ ਵੀ ਗਾਂ ਰਹਿ ਸਕਣ, ਤਾਂ ਉਹਨਾਂ ਨੂੰ ਉਹਨਾਂ ਬਿਜ਼ਨਸ ਆਉਂਦਾ ਰਹੇ। ਤੇ ਪਲੱਸ ਕਾਫੀ ਲੋਕ ਡਿਪਰੈਸ਼ਨ 'ਚ ਜਾ ਰਹੇ ਸੀ। ਸੋ ਕਾਫੀ ਸਮੱਸਿਆ ਆਈਆਂ ਉਦੋਂ ਸ਼ਹਿਰ ਦੇ ਵਿੱਚ ਆਪਣੇ, ਪਰ ਉਦੋਂ ਅਸੀਂ ਕਾਫੀ ਹੈਂਡਲ ਕੀਤੀਆਂ, ਇਨਫੋਰਮੇਸ਼ਨ ਬਾਹਰ ਕੱਢੀ। ਤਾਂ ਉਦੋਂ ਰੀ-ਇਲੈਕਸ਼ਨ ਟਾਈਮ ਆਇਆ ਆਪਣਾ, ਤਾਂ ਉਦੋਂ ਫਿਰ ਰੀ-ਇਲੈਕਟ ਹੋਏ ਤਾਂ 2020। ਸੋ ਬੇਸਿਕਲੀ ਇਸ ਵੇਲੇ ਮੇਰੀ ਜਿਹੜੀ ਸਿਟੀ ਕਾਉਂਸਲ ਦੀ ਸੀਟ ਆ 2024 ਤੱਕ ਹੈਗੀ ਆ। ਅੱਛਾ, ਉਹ ਵੀ ਹੈ ਜੀ। ਸੋ ਉਹ ਵੀ ਹੈਗੀ ਆ। ਤਨਖਾਹਾਂ ਦੋਵੇਂ ਮਿਲਦੀਆਂ? ਹਾਂ, ਦੋਨੇ ਨਹੀਂ ਮਿਲਣੀਆਂ, ਇੱਕੋ ਮਿਲਣੀਆਂ ਹੁਣ। ਹਾਂਜੀ। ਸੋ ਜਾਂ ਤਾਂ ਹੁਣ ਇੱਦਾਂ ਹੈ ਕਿ 2 ਸਾਲ ਹਲੇ ਫੇਰ ਹੋਊਗਾ ਹਲੇ ਕਾਉਂਸਲ ਮੈਂਬਰ, ਜਾਂ ਜੇ ਮੇਅਰ ਬਣ ਜਾਂਦੇ ਆਪਾਂ ਤਾਂ ਫਿਰ ਬੇਸਿਕਲੀ 4 ਇਅਰਸ ਦੀ ਹੋ ਜਾਂਦੀ, ਉਹ ਸੀਟ ਜਿਹੜੀ ਆ ਉਹ ਕੈਂਸਲ ਹੋ ਜਾਣੀ ਆ। ਅੱਛਾ, ਸੋ ਇਹ ਸਿਸਟਮ ਦੋਨੇ ਨਹੀਂ ਮਿਲਣੀਆਂ। ਮਤਲਬ ਉਹ ਇੰਡੀਆ ਵਾਲਾ ਕੰਮ ਨਹੀਂ ਕਿ ਜਿਹੜੇ ਇੱਕ ਐਮਐਲਏ 5 ਪੈਨਸ਼ਨਾਂ ਲਈ ਜਾਂਦਾ ਤੇ ਜਿਹੜਾ ਜਿੱਤ ਗਿਆ ਹਾਰ ਗਿਆ ਕੋਈ ਫਰਕ ਨਹੀਂ। ਤੇ ਇੱਥੇ ਉਹ ਸਿਸਟਮ ਨਹੀਂ ਹੈਗਾ। ਚਲੋ ਖੈਰ, ਗੱਲਬਾਤ ਦਾ ਸਿਲਸਿਲਾ ਇੱਕ ਆਪਾਂ ਪਿਛਲੀ ਵਾਰ ਵਿਸ਼ਾ ਛੋਇਆ ਸੀਗਾ ਤੇ ਉਹਦਾ ਫੀਡਬੈਕ ਬੜੀ ਆਈ ਉਹਦੀ। ਅੱਛਾ ਜੀ। ਜਿਹੜੀ ਕਿ ਹਰ ਸ਼ਹਿਰ ਦੀ ਤਕਰੀਬਨ ਸਮੱਸਿਆ ਇਹਦੀ ਹਜੇ ਸਾਡੇ ਵਾਲੇ ਲੈਥਰੋਪ ਦੀ ਘੱਟ ਹੈ, ਹੋਮਲੈਸ ਦੀ ਸਮੱਸਿਆ ਜਿਹੜੀ ਆ। ਹਾਂਜੀ ਹਾਂਜੀ। ਤੇ ਉਹ ਕਹਿੰਦੇ ਸੀ ਵੀ ਵਾਕਿਆ ਹੀ ਇਦਾਂ ਹੋ ਸਕਦਾ। ਮੈਨੂੰ ਕਈ ਲੋਕਾਂ ਨੇ ਪੁੱਛਿਆ ਵੀ ਤੁਸੀਂ ਗੱਲ ਕੀਤੀ ਸੀ ਕਿ ਹੋਮਲੈਸ ਦਾ ਇਲਾਜ ਕੀ ਹੈ, ਹੋਮਲੈਸ ਨੂੰ ਰੋਕ ਨਹੀਂ ਸਕਦੇ, ਉਹਨੂੰ ਕੋਈ ਉੱਦਾਂ ਦਬਕਾ ਨਹੀਂ ਮਾਰ ਸਕਦੇ। ਹੁਣ ਪੰਜਾਬ ਪੁਲਿਸ ਵਾਲੇ ਹੁਣ ਤਾਂ ਉਹ ਤਾਂ ਦਬਕਾ ਮਾਰਦੇ ਵੀ ਭਾਈ ਚੱਲ ਭੱਜ ਜਾ ਇੱਥੋਂ, ਇੱਥੇ ਇਦਾਂ ਨਹੀਂ ਕਰ ਸਕਦੇ। ਬਿਲਕੁਲ। ਤੇ ਉਹਦਾ ਤੁਹਾਡੇ ਕੋਲੇ ਕੀ ਹਾਲ ਆ? ਤੁਸੀਂ ਬੜਾ ਵਧੀਆ ਦੱਸਿਆ, ਇੱਕ ਵਾਰ ਫਿਰ ਜ਼ਿਕਰ ਕਰਨਾ ਚਾਹੂੰਗਾ ਸਾਡੇ ਦਰਸ਼ਕਾਂ। ਬਿਲਕੁਲ। ਸੋ ਉਹੀ ਆਪਾਂ ਪਿਛਲੀ ਵਾਰੀ ਇਹੀ ਗੱਲ ਕਰ ਰਹੇ ਸੀ ਕਿ ਜਿਹੜੇ ਹੋਮਲੈਸਨੈਸ ਆ ਕਿ ਇਹਦੀ ਕੋਈ ਇੱਕ ਸਿੱਧਾ ਸੋਲੂਸ਼ਨ ਨਹੀਂ ਹੈਗਾ, ਕੋਈ ਵਨ ਸੋਲੂਸ਼ਨ ਫਿਟਸ ਐਵਰੀਬਾਡੀ। ਪ੍ਰੋਬਲਮ ਇੱਥੇ ਐਂਡ ਤੇ ਇਹੀ ਆ ਜਾਂਦੀ ਹੈ ਕਿ ਜਿਹੜਾ ਲੀਗਲ ਲਾ ਕੀ ਕਹਿੰਦਾ ਆ। ਅੱਛਾ ਜੀ। ਲੀਗਲ ਆਪਣਾ ਲਾ, ਮੈਂ ਤੁਹਾਨੂੰ ਚਿੱਤਾ ਦੱਸਿਆ ਸੀ ਕਿ ਪਹਿਲੀ ਵਾਰੀ ਐਕਚੁਅਲੀ ਸਿਟੀ ਜਿਹੜੀ ਸਾਡੀ ਸੂਹ ਹੋ ਗਈ ਸੀ ਕਿ ਅਸੀਂ ਉਠਾਉਣ ਦੀ ਕੋਸ਼ਿਸ਼ ਕੀਤੀ ਹੋਮਲੈਸਾਂ ਨੂੰ ਨਾ ਸੜਕ ਤੋਂ, ਤਾਂ ਪਬਲਿਕ ਪ੍ਰਾਪਰਟੀ ਤੋਂ।
ਉਸ ਬੇਸ ਤੇ ਕੀ ਹੋਇਆ ਕਿ ਉੱਥੋਂ ਲਾ ਨਿਕਲਿਆ ਸੀ ਕਿ ਕੋਈ ਵੀ ਹੋਮਲੈਸ ਜਿਹੜਾ ਆ ਉਹ ਐਕਚੁਅਲੀ ਕੋਈ ਵੀ ਇਨਸਾਨ ਜਿਹੜਾ ਆ ਜੀ। ਉਹਨਾਂ ਕੋਲ ਰਾਈਟ ਹੈ ਸਲੀਪ ਸੌਣ Sleep, ਹਾਂ, ਸੌਣ right ਦਾ of- ਰਾਈਟ ਟੂ ਸਲੀਪ ਜੀ। ਉਹਦੇ ਵਿੱਚ ਮਤਲਬ ਇਹ ਨਿਕਲਿਆ ਕਿ 11 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਕੋਈ ਹੋਮਲੈਸ ਜਿਹੜਾ ਆ ਜਾਂ ਕੋਈ ਵੀ ਇਨਸਾਨ ਆ ਜੀ। ਉਹਨੂੰ ਤੁਸੀਂ ਪਬਲਿਕ ਪ੍ਰਾਪਰਟੀ ਤੋਂ ਉਠਾ ਨਹੀਂ ਸਕਦੇ ਬਿਕਾਜ਼ ਉਹਦਾ ਸੌਣ ਦਾ ਟਾਈਮ ਆ ਉਹ। ਹਾਂਜੀ। ਸੋ ਇਹੀ ਇਸ਼ੂ ਆਪਣੇ ਜਿੱਦਾਂ ਦੱਸਿਆ ਸ਼ਹਿਰ 'ਚ ਹੁੰਦਾ, ਜਿੱਥੇ ਸਾਡੇ ਲੋਕ ਦਿਨ ਦੇ ਵਿੱਚ ਪਾਰਕ 'ਚ ਹੁੰਦੇ ਆ ਹੋਮਲੈਸ ਜਿਹੜੇ ਆ, ਤਾਂ ਰਾਤ ਨੂੰ ਉਹ ਲਾਇਬ੍ਰੇਰੀ ਦੇ ਮੂਹਰੇ ਆ ਜਾਂਦੇ ਆ ਬਿਕਾਜ਼ ਉਹ ਪਬਲਿਕ ਪ੍ਰਾਪਰਟੀ ਆ। ਸਾਡੇ ਹਾਂਜੀ। ਪਾਰਕ ਜਿਹੜੇ ਆ ਸ਼ਹਿਰ ਦੇ ਉਹ ਕਲੋਜ਼ਡ ਆ, ਰਾਤ ਨੂੰ ਕਲੋਜ਼ਡ ਆ, ਬੇਸਿਕਲੀ ਡਸਟ ਟੂ ਡਾਊਨ ਆ। ਜੀ। ਸੋ ਉਹਦਾ ਕਰਕੇ ਉਹ ਰੋਜ਼ ਇਹੀ ਹੁੰਦਾ ਆ ਕੰਮ। ਫਿਰ ਉਸ ਤੋਂ ਬਾਅਦ ਤੁਹਾਨੂੰ ਚਿੱਤਾ ਦੱਸਿਆ ਸੀ ਮੈਂ ਬੋਇਜ਼ੀ ਆਈਡਾਹੋ ਦੇ ਵਿੱਚ ਹਾਂਜੀ। ਕੇਸ ਆਇਆ ਸੀ। ਉਹ ਕੇਸ ਦਾ ਕਰਕੇ ਉਹਨਾਂ ਨੇ ਵੀ ਇਹੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਹਟਾਈਏ, ਹੈ ਨਾ। ਤਾਂ ਉਹ ਕੇਸ ਦੇ ਵਿੱਚੋਂ ਕੀ ਨਿਕਲਿਆ ਸੀ ਕਿ ਜੇ ਤੁਹਾਡੇ ਕੋਲ ਘਰ ਕੋਈ ਬੈੱਡ ਅਵੇਲੇਬਲ ਨਹੀਂ ਹੈਗਾ, ਸ਼ੈਲਟਰ ਨਹੀਂ ਹੈਗਾ ਤੁਹਾਡੇ ਸ਼ਹਿਰ ਦੇ ਵਿੱਚ, ਤੁਸੀਂ ਫੇ ਹੋਮਲੈਸ ਨੂੰ ਕਦੀ ਵੀ ਨਹੀਂ ਉਠਾ ਸਕਦੇ ਅੱਛਾ। ਪਬਲਿਕ ਪ੍ਰਾਪਰਟੀ ਤੋਂ। ਸੋ ਇਹੀ ਦੌੜ ਜਿਹੜੀ ਚੱਲੀ ਸੀ, ਇਸ ਬੇਸ ਤੇ ਹੁਣ ਲੀਗਲ ਲਾ ਇਹ ਸੁਪਰੀਮ ਕੋਰਟ ਤੱਕ ਗਿਆ, ਤੇ ਐਕਚੁਅਲੀ ਸੁਪਰੀਮ ਕੋਰਟ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਸਹੀ ਗੱਲ ਨਹੀਂ, ਅੱਛਾ। ਹੈ, ਨਹੀਂ ਉਹ ਚੇਂਜ ਨਹੀਂ ਕਰਨਾ। ਜੀ। ਸੋ ਹੁਣ ਆਪਣੇ ਕੋਲ ਇੱਕ ਤਾਂ 11 ਤੋਂ 6 ਨਹੀਂ ਉਠਾ ਸਕਦੇ ਤੇ ਇੱਕ ਦਿਨ ਚ ਵੀ ਨਹੀਂ ਉਠਾ ਸਕਦੇ ਪਬਲਿਕ ਤਾਂ ਪ੍ਰਾਪਰਟੀ। ਦੋਨੋਂ ਪਾਸੇ ਵੰਗਾ ਪਏਗਾ। ਬੇਸਿਕਲੀ 24 ਘੰਟੇ ਸਟਕ ਆ। ਸੋ ਉਹੀ ਜੇ ਆਪਾਂ ਹੁਣ ਕੋਈ ਕਹਿੰਦੇ ਜੀ ਆ ਬੈਠੇ ਆ ਇੱਧਰ ਬੈਠੇ, ਇਹਨਾਂ ਨੂੰ ਉਠਾ ਕੇ ਲੈ ਜਾਓ ਕਿਤੇ, ਜਾਂ ਨਾ ਇਹਨਾਂ ਨੂੰ ਕਹੋ ਜਾਓ। ਬਿਗੇਸਟ ਥਿੰਗ ਤਾਂ ਮੈਂ ਚਿੱਤਾ ਪਿਛਲੀ ਵਾਰ ਦੱਸਿਆ ਸੀ ਕਿ ਮੰਟੀਕਾ ਸ਼ਹਿਰ ਦੇ ਵਿੱਚ ਪਿਛਲੀ ਜਦੋਂ ਕਾਊਂਟ ਹੋਈ ਆ 165 ਹੋਮਲੈਸ ਸੀ। ਉਹ 165 ਦੇ ਵਿੱਚੋਂ 95% ਮੰਟੀਕਾ ਦੇ ਆ। ਅੱਛਾ। ਉਹ ਮੰਟੀਕਾ 'ਚ ਹੀ ਰਹਿੰਦੇ ਸੀ, ਜਾਂ ਉਹਨਾਂ ਦੇ ਮਾਪੇ ਉੱਥੇ ਰਹਿੰਦੇ ਸੀ, ਜਾਂ ਉਹਨਾਂ ਦੀ ਫੈਮਿਲੀ ਪਰਿਵਾਰ ਉੱਥੇ ਦਾ ਆ। ਜੀ। ਸੋ ਉਹਨਾਂ ਨੂੰ ਕਿੱਥੇ ਜਾ ਲੈ ਕੇ ਜਾਈਏ, ਉਹ ਕਹਿੰਦੇ ਅਸੀਂ ਘਰ ਆਪਣੀ ਆ ਸ਼ਹਿਰ ਦੇ ਵਿੱਚ। ਜੀ। ਸੋ ਉਹਦਾ ਕਰਕੇ ਉਹ ਇਸ਼ੂ ਤਾਂ ਆਪਾਂ ਉਹ ਕੱਢੀ ਸੀ ਕਿ ਨੈਵੀਗੇਸ਼ਨ ਸੈਂਟਰ ਦੀ। ਨੈਵੀਗੇਸ਼ਨ ਸੈਂਟਰ ਜਿਹੜਾ ਆ ਉਹ ਇੱਕ ਇਹ ਨਹੀਂ ਕਿ ਜੀ ਉੱਦੀ ਲਿਆ ਕੇ ਹੋਮਲੈਸਾਂ ਨੂੰ ਆਪਾਂ ਨਾ ਇੱਕ ਜਗ੍ਹਾ ਖਿਲਾਉਣਾ ਪਿਲਾਉਣਾ ਆ। ਬਿਲਕੁਲ ਨਹੀਂ, ਕੋਸ਼ਿਸ਼ ਇਹੀ ਸੀ। ਆਪਾਂ ਚਿੱਤਾ ਇੱਕ ਦਰਸ਼ਕ ਨੇ ਨਾ ਕਾਲ ਵੀ ਕੀਤੀ ਸੀ, ਬਿਲਕੁਲ, ਉਹਨੇ ਕਹਿੰਦਾ ਮੈਂ ਨੈਵੀਗੇਸ਼ਨ ਸੈਂਟਰ 'ਚ ਆਪ ਹੀ ਹੁੰਦਾ ਸੀ। ਹਾਂਜੀ। ਤਾਂ ਉਹ 'ਚ ਗੋਲ ਇਹ ਸੀ ਕਿ ਜੇ ਨੈਵੀਗੇਸ਼ਨ ਸੈਂਟਰ 'ਚ ਕੋਈ ਵੀ ਇਨਸਾਨ ਜਾਂਦਾ ਆ, ਉਹਨੂੰ ਅਸੀਂ ਉਹਦੀ ਮੈਂਟਲ ਹੈਲਥ, ਡਰੱਗ ਰਿਹੈਬਿਲਿਟੇਸ਼ਨ, ਉਹਨੂੰ ਫੂਡ, ਉਹਨੂੰ ਜੋ ਵੀ ਉਹਦੀਆਂ ਸਮੱਸਿਆ ਆ ਉਹ ਆਪਾਂ ਹੱਲ ਕਰੀਏ, ਤਾਂ ਉਹਨੂੰ ਹੌਲੀ ਹੌਲੀ ਉਹਨੂੰ ਜੌਬਸ ਤੇ ਲਵਾਈਏ ਜੀ। ਕਿ ਉਹ ਇੰਡੀਪੈਂਡੈਂਟ ਹੋ ਸਕੇ, ਆਪਣੇ ਪੈਰਾਂ ਤੇ ਖੁਦ ਖੜਾ ਹੋ ਸਕੇ। ਕੋਸ਼ਿਸ਼ ਇਹ ਆ ਇੱਕ ਨੈਵੀਗੇਸ਼ਨ ਸੈਂਟਰ ਦੀ। ਜੀ। ਮੰਟੀਕਾ ਸ਼ਹਿਰ 'ਚ ਆਪਾਂ ਥੋੜਾ ਡਿਫਰੈਂਟ ਇਹ ਕਰ ਰਹੇ ਹਾਂ ਕਿ ਇਕੱਲਾ ਨੈਵੀਗੇਸ਼ਨ ਸੈਂਟਰ ਨਹੀਂ ਬਣਾ ਰਹੇ, ਉਹਦੇ ਨਾਲ ਅਫੋਰਡੇਬਲ ਹਾਊਸਿੰਗ ਵੀ ਬਣਾ ਰਹੇ ਆ। ਅੱਛਾ। ਸੋ ਮਤਲਬ ਮੋਸਟ ਟਾਈਮ ਕੀ ਹੁੰਦਾ ਹੈ ਕਿ ਕੋਈ ਵੀ ਲੋਕ ਜਿਹੜਾ ਨੈਵੀਗੇਸ਼ਨ ਸੈਂਟਰ 'ਚ ਜਾਂਦੇ ਆ, ਉਹਨਾਂ ਨੂੰ ਚਲੋ ਕਲੀਨ ਅਪ ਕਰ ਦਿੰਦੇ ਆ। ਜੀ। ਉਸ ਤੋਂ ਬਾਅਦ ਕੀ ਹੁੰਦਾ, ਉਹਨਾਂ ਨੂੰ ਕਿਤੇ ਨਹੀਂ ਹੈਗਾ ਜਾਣ ਲਈ। ਜੀ। ਸੋ ਦੁਆਰਤੀ ਫੇਰ ਸੜਕ ਤੇ ਪਹੁੰਚ ਜਾਂਦੇ ਆ। ਤੋ ਜਦੋਂ ਸੜਕ ਤੇ ਫੇਰ ਆ ਜਾਂਦੇ, ਜਿੰਨਾ ਵੀ ਤੁਸੀਂ ਟਾਈਮ ਸਪੈਂਡ ਕੀਤਾ, ਜਿੰਨੀ ਵੀ એનર્ਜੀ ਆਪਣੀ ਸਪੈਂਡ ਕੀਤੀ ਅਗਲੇ ਨੂੰ ਕਲੀਨ ਅਪ ਕਰਨ ਲਈ, ਉਹ ਦੁਆਰਤੀ ਫੇਰ ਤੁਹਾਡੀ ਗਈ। ਸੋ ਹੁਣ ਅਸੀਂ ਉਹੀ ਹੈ ਕਿ ਨੈਕਸਟ ਸਟੈਪ ਜਿਹੜਾ ਅਗਲੇ ਲਈ ਅਫੋਰਡੇਬਲ ਹਾਊਸਿੰਗ ਜਿਹੜੀ ਆ, ਉਹ ਵੀ ਉਹੀ ਜਗ੍ਹਾ ਤੇ ਅਸੀਂ ਬਿਲਡ ਅਪ ਕਰੀਏ ਕਿ ਜਿਹੜੇ ਬੇਸ ਦੇ ਨਾਲ ਉਹ ਅੰਦਰ ਆ ਕੇ ਕਲੀਨ ਅਪ ਹੋ ਸਕੇ। ਜੇ ਆਪ ਜੌਬ ਤੇ ਲੱਗ ਗਏ ਅੱਜ, ਹੁਣ ਉਹ ਰਹਿਣ ਲਈ ਵੀ ਉਹਨਾਂ ਕੋਲ ਜਗ੍ਹਾ ਹੈਗੀ ਆ, ਤਾਂ ਇਵੈਂਚੁਅਲੀ ਜਿੱਦਾਂ ਉਹਨਾਂ ਦੀ ਹੋਰ ਜੌਬ ਵਧੀ ਜਾ ਰਹੀ ਆ, ਫਿਰ ਇਵੈਂਚੁਅਲੀ ਮੂਵ ਇਨ ਹੋ ਸਕਦਾ। ਅੱਛਾ, ਅਸੀਂ ਇੱਕ ਗੱਲ ਹੋਰ ਵੀ ਕੀਤੀ ਸੀ ਉਦੋਂ ਕਿ ਵੀ ਤੁਸੀਂ ਸ਼ੈਲਟਰ ਬਣਾ ਲਏ ਤੇ ਹੋਰਾਂ ਸ਼ਹਿਰਾਂ ਦੇ ਵਿੱਚੋਂ ਆ ਸਕਦੇ ਆ, ਤੇ ਉਹਦਾ ਵੀ ਤੁਸੀਂ ਬਹੁਤ ਵਧੀਆ, ਕਿਉਂਕਿ ਇਹੋ ਜਿਹਾ ਜ਼ਿਕਰ ਬਾਰ-ਬਾਰ ਕਰਨਾ ਬਣਦਾ। ਕਈ ਵਾਰੀ ਉਦੋਂ ਹੋ ਸਕਦਾ ਨਾ ਦੇਖਿਆ ਪ੍ਰੋਗਰਾਮ ਕਿਸੇ ਨੇ, ਪਹਿਲੀ ਵਾਰ ਦੇਖ ਰਹੇ ਹੋਣ। ਰਾਈਟ। ਉਹ ਆਪਾਂ ਇਹੀ ਗੱਲ ਕੀਤੀ ਸੀ ਕਿ ਦੇਖੋ ਪਹਿਲਾਂ ਇਹੀ ਲੋਕੀ ਡਰਾਉਂਦੇ ਕਿ ਜੇ ਤੁਸੀਂ ਸ਼ੈਲਟਰ ਬਣਾਤਾ ਨਾ, ਸਾਰੇ ਹੋਮਲੈਸ ਜਿਹੜੇ ਆ ਤੁਹਾਡੇ ਸ਼ਹਿਰ 'ਚ ਆ ਜਾਣੇ। ਜੀ। ਤਾਂ ਆਪਾਂ ਇਹੀ ਕੋਸ਼ਿਸ਼ ਕੀਤੀ ਕਿ ਸਾਰੀ ਕਾਉਂਟੀ ਦੇ ਨਾਲ ਗੱਲ ਕੀਤੀ ਸੀ। ਜੀ। ਤਾਂ ਹਰੇਕ ਜਿਹੜਾ ਮੇਜਰ ਸ਼ਹਿਰ ਹੈ ਇਸ ਕਾਉਂਟੀ ਦੇ ਵਿੱਚ, ਲਾਰੋਨ, ਟ੍ਰੇਸੀ, ਲੋਡਾਈ, ਸਟਾਕਟਨ, ਜੀ, ਹਰੇਕ ਸ਼ਹਿਰ ਜਿਹੜਾ ਹੈ ਉਹ ਵੀ ਨੈਵੀਗੇਸ਼ਨ ਸੈਂਟਰ ਬਣਾ ਰਿਹਾ ਹੈ। ਜੀ। ਸੋ ਜੇ ਹਰੇਕ ਸ਼ਹਿਰ ਨੈਵੀਗੇਸ਼ਨ ਸੈਂਟਰ ਬਣਾ ਰਿਹਾ ਆ, ਉਹਨਾਂ ਹੋਮਲੈਸ ਜਿਹੜੇ ਉੱਥੇ ਦੇ, ਉਹਨਾਂ ਕੋਲ ਆਪਣੇ ਸ਼ਹਿਰ 'ਚ ਸਹੂਲਤਾਂ ਹੈਗੀਆਂ ਆ, ਉਹ ਹੋਰ ਸ਼ਹਿਰ 'ਚ ਕੱਲ੍ਹ ਹੀ ਜਾਊਗੇ। ਉਹਨਾਂ ਨੇ ਆਪਣਾ ਸ਼ਹਿਰ ਛੱਡ ਕੇ ਦੂਸਰੇ ਸ਼ਹਿਰ, ਨਾਲੇ ਤੁਹਾਨੂੰ ਜਿੱਦਾਂ ਦੱਸਿਆ ਸੀ ਕਿ 95% ਲੋਕ ਜਿਹੜੇ ਉਹ ਸ਼ਹਿਰ ਦੇ ਹੀ ਰਹਿਣ ਵਾਲੇ, ਉਹਨਾਂ ਨੇ ਆਪਣਾ ਸ਼ਹਿਰ। ਅੱਜ ਵੀ ਜੇ ਅਸੀਂ ਕਹਿੰਦੇ ਆ ਹੋਮਲੈਸ ਨੂੰ ਕਿ ਸਟਾਕਟਨ ਹੈਗੀਆਂ ਆ ਰਿਸੋਰਸਿਸ, ਉੱਥੇ ਚੱਲ ਜਾਓ, ਉੱਥੇ ਕਹਿੰਦੇ ਅਸੀਂ ਨਹੀਂ ਜਾਣਾ ਚਾਹੁੰਦੇ, ਉਹਨਾਂ ਦਾ ਅਟੈਚਮੈਂਟ ਹੈਗੀ। ਸੋ ਇਸ ਲਈ ਜੇ ਬਿਲਡ ਹੋ ਗਿਆ, ਇਹ ਨਹੀਂ ਕਿ ਨਾ ਜੇ ਬਿਲਡ ਹੋ ਗਿਆ ਸਾਰੇ ਹੋਮਲੈਸ ਇੱਥੇ ਆ ਜਾਣੇ ਆ। ਗੋਲ ਇਹ ਸੀ ਕਿ ਹਰ ਜਗ੍ਹਾ ਬਣ ਰਹੇ ਨੇ, ਹਰ ਜਗ੍ਹਾ ਆਲਰੇਡੀ ਉਹਨਾਂ ਨੇ ਆਲਰੇਡੀ ਗਰਾਊਂਡ ਬ੍ਰੇਕਿੰਗ ਕਰ ਵੀ ਦਿੱਤੀ ਹੈ। ਜੀ। ਆਪਾਂ ਨੂੰ ਬ੍ਰੇਕ ਹੋਰ ਲੈਣੀ ਪੈਣੀ ਹੈ ਜੀ। ਜਿਹੜੇ ਸਾਡੇ ਇੱਥੇ ਬੈਠੇ ਨੇ ਮਹਿਮਾਨ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਨਾਲ ਨਾਲ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ। ਤੇ ਬ੍ਰੇਕ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਇਸ ਤਰ੍ਹਾਂ ਜਾਰੀ ਰੱਖਾਂਗੇ ਜੀ। ਤੇ ਤੁਸੀਂ ਸਾਡੇ ਜਿਹੜੇ ਮਹਿਮਾਨ ਨੇ ਤਾੜੀਆਂ ਮਾਰ ਦਿਓ ਜੀ ਗੈਰੀ ਸਿੰਘ ਜੀ ਵਾਸਤੇ। ਵਾਹ ਜੀ ਵਾਹ, ਵਾਹ ਜੀ ਵਾਹ, ਥੈਂਕ ਯੂ ਜੀ, ਸਭ ਦਾ ਬਹੁਤ ਬਹੁਤ ਥੈਂਕ ਯੂ। ਹੌਸਲਾ ਵਧਾਉਣ ਵਾਸਤੇ ਗੈਰੀ ਸਿੰਘ ਜੀ ਦਾ ਬਹਾਨੇ ਸਿਰ ਮੇਰੇ ਵੀ ਵੱਜਣ ਦੀਆਂ ਤਾੜੀਆਂ।
ਗੈਰੀ ਸਿੰਘ ਜੀ, ਆਪਾਂ ਗੱਲ ਨੂੰ ਅੱਗੇ ਤੋਰੀਏ ਕਿ ਸਮੱਸਿਆਵਾਂ ਜਿਹੜੀਆਂ ਹੈਗੀਆਂ, ਮੈਂ ਸੋਚਦਾ ਵੀ ਸਾਡੇ ਜਿਹੜੇ ਦਰਸ਼ਕ ਵੀ ਬੈਠੇ ਨੇ, ਸਾਡੇ ਮਹਿਮਾਨ ਆਏ ਹੋਏ ਨੇ ਸਟੂਡੀਓ ਦੇ ਵਿੱਚ, ਤੇ ਉਹਨਾਂ ਨੂੰ ਵੀ ਜਾਣਕਾਰੀ ਪੂਰੀ ਹੋਏਗੀ ਕਿ ਕਮਿਊਨਿਟੀ ਦੀਆਂ ਕੀ ਸਮੱਸਿਆਵਾਂ ਪ੍ਰੋਬਲਮ ਹੈਗੀਆਂ, ਕਿਉਂਕਿ ਪ੍ਰੋਗਰਾਮ ਆਪਣਾ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਲੋਕ ਦੇਖ ਰਹੇ ਨੇ। ਸਮੱਸਿਆਵਾਂ ਪੂਰੀ ਦੁਨੀਆ 'ਚ ਪੰਜਾਬੀਆਂ ਦੀ ਹੈਗੀ, ਆਪਾਂ ਇਕੱਲੀ ਮੰਟੀਕਾ ਦੀ ਗੱਲ ਨਹੀਂ ਕਰਦੇ, ਲੇਕਿਨ ਸਮੱਸਿਆਵਾਂ ਤਕਰੀਬਨ ਮੇਲ ਖਾਂਦੀਆਂ ਨੇ ਸਾਰੀਆਂ। ਸੋ ਅਸੀਂ ਇਹ ਗੱਲ ਕਰਨੀ ਚਾਹਾਂਗੇ ਜੀ, ਸਾਡੇ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈਗੇ ਨੇ, ਤੁਸੀਂ ਕੋਈ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਕਿ ਕੀ ਸਾਡੀਆਂ ਪੰਜਾਬੀਆਂ ਦੀਆਂ ਸਮੱਸਿਆਵਾਂ ਜਿਹੜੀਆਂ ਹੱਲ ਹੋਣੀਆਂ ਚਾਹੀਦੀਆਂ? ਗੈਰੀ ਸਿੰਘ ਜੀ ਨੂੰ ਦੱਸੋ। ਹਾਂਜੀ, ਸਾਰੇ ਜਸ ਪੰਜਾਬੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਵਿਸ਼ੇਸ਼ ਕਰਕੇ ਜੱਗੀ ਭਾਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਜਿਨ੍ਹਾਂ ਨੇ ਅੱਜ ਮੈਨੂੰ ਪਹਿਲੀ ਵਾਰੀ ਆਪਣੇ ਸਟੂਡੀਓ ਦੇ ਵਿੱਚ ਬੁਲਾਇਆ ਹੈ। ਜੀ ਸਤਿ ਸ੍ਰੀ ਅਕਾਲ ਜੀ। ਧੰਨਵਾਦ ਸਾਰਿਆਂ ਦਾ। ਮੈਂ ਸਾਰੀ ਮੰਟੀਕਾ ਨਗਰ ਦੀ ਸਾਧ ਸੰਗਤ ਨੂੰ, ਸਮੁੱਚੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਹੈ ਮੇਰੇ ਵੱਲੋਂ ਹੱਥ ਜੋੜ ਕੇ ਕਿ ਸਾਡੇ ਬਹੁਤ ਹਰਮਨ ਪਿਆਰੇ, ਬਹੁਤ ਚੰਗੇ ਸੁਭਾਅ ਦੇ ਮਾਲਕ, ਮਿੱਠ ਬੋਲੜੇ ਭਾਈ ਗੈਰੀ ਸਿੰਘ ਮੇਅਰ ਦੀਆਂ ਵੋਟਾਂ ਦੇ ਵਿੱਚ ਖੜੇ ਨੇ। ਤੇ ਪੰਜਾਬੀਓ, ਸਾਨੂੰ ਇਹ ਮੌਕਾ ਮਿਲਿਆ ਹੈ ਪੰਜਾਬੀ ਦੀ ਬੱਲੇ ਬੱਲੇ ਕਰਾਉਣ ਦਾ, ਇਹਨੂੰ ਨਾ ਖੰਝਾਇਓ। ਮੈਂ ਸਾਰਿਆਂ ਦੇ ਘਰਾਂ ਵਿੱਚ ਪ੍ਰੋਗਰਾਮ ਕਰਨ ਜਾਂਦਾ ਆ, ਮੈਂ ਕਹਿੰਦਾ ਵੋਟ ਪਾਓ। ਵੋਟ ਕਈਆਂ ਘਰਾਂ ਦੇ ਵਿੱਚ ਪਈ ਰਹਿ ਜਾਂਦੀ ਹੈ, ਪਾਉਣ ਨਹੀਂ ਜਾ ਸਕਦੇ। ਬਾਕੀ ਕੰਮ ਅਸੀਂ ਪੈਸਿਆਂ ਵਾਲੇ ਹੋਰ ਕਰ ਲੈਂਦੇ, ਬਹੁਤ ਮਹਿੰਗੇ ਕੰਮ ਕਰ ਲੈਂਦੇ ਆ। ਤੇ ਜਿਹੜੇ ਕੰਮ ਅਸੀਂ ਕਰਨੇ ਨੇ, ਜਿਹਦੀ ਸਾਨੂੰ ਲੋੜ ਹੈ ਵੋਟ ਪਾਉਣ ਦੀ, ਪਰ ਉਹ ਅਸੀਂ ਪਾਉਂਦੇ ਨਹੀਂ ਆ। ਕਈ ਵਿਚਾਰੇ ਕਹਿ ਦਿੰਦੇ ਵੀ ਬਾਬਾ ਜੀ ਅਸੀਂ ਕਿਹੜਾ ਲੀਡਰ ਬਣਨਾ, ਸਾਨੂੰ ਆਪਣੀ ਕਮਾ ਕੇ ਖਾਣੀ ਹੈ ਜੀ, ਸਾਨੂੰ ਕਿਹੜੀ ਕਿਸੇ ਨੇ ਦੇ ਜਾਣੀ। ਨਹੀਂ, ਇਹ ਗੱਲ ਇਹਨੂੰ ਆਪਣਾ ਵੱਖਰਾ ਰੱਖੀਏ। ਜਿੰਨਾ ਭਾਈਚਾਰਾ ਸਾਡਾ ਮੰਟੀਕੇ ਦੇ ਵਿੱਚ ਵਸ ਰਿਹਾ, ਜੇ ਸਾਰੇ ਪੰਜਾਬੀ ਵੋਟ ਪਾ ਦੇਣ ਕਾਰੀ ਤੇ ਪੰਜਾਬੀਆਂ ਦੀ ਸਰਕਾਰੇ ਦੇ ਬਾਰੇ ਬੱਲੇ ਬੱਲੇ ਹੋ ਜਾਏ, ਫਿਰ ਆਪਾਂ ਪੰਜਾਬੀ ਵੀ ਲਾਗੂ ਕਰਾ ਸਕਦੇ ਹਾਂ। ਬਿਲਕੁਲ ਜੀ, ਬਹੁਤ ਮਿਹਰਬਾਨੀ ਕਰਾ ਸਕਦੇ ਹਾਂ। ਪਰ ਜਦੋਂ ਆਪਾਂ ਵੋਟ ਦਾ ਇਸਤੇਮਾਲ ਹੀ ਨਹੀਂ ਕਰਨਾ ਤੇ ਫਿਰ ਇੱਥੇ ਕੋਈ ਪਤਾ ਨਹੀਂ ਲੱਗਣਾ ਇੱਥੇ ਕੌਣ ਕਿੰਨਾ ਕੁ ਵਸਦਾ ਤੇ ਕਿੰਨਾ ਕੁ ਰਹਿ ਰਿਹਾ। ਉਹ ਘਰ ਜਕਾਰੇ ਛੱਡਣ ਦਾ ਕੋਈ ਬਹੁਤਾ ਫਾਇਦਾ ਨਹੀਂ ਹੈ। ਬਿਲਕੁਲ ਜੀ, ਬਹੁਤ ਮਿਹਰਬਾਨੀ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਜੀ, ਵੋਟ ਪਾਉਣੀ ਚਾਹੀਦੀ ਆ। ਤੇ ਇਹਦੀ ਅਸੀਂ ਗੱਲ ਕਰ ਲਈ ਹੈ। ਮੈਂ ਕਹਿੰਦਾ ਹਰਪਾਲ ਸਿੰਘ ਜੀ, ਸਮੱਸਿਆਵਾਂ ਕੀ ਨੇ ਪੰਜਾਬੀਆਂ ਦੀ, ਜਿਨ੍ਹਾਂ ਦਾ ਪੂਰੀ ਦੁਨੀਆ ਦੇ ਵਿੱਚ, ਜਾਂ ਅਮਰੀਕਾ 'ਚ ਕੈਲੀਫੋਰਨੀਆ ਜਿਹੜੇ ਵੀ ਖੜੇ ਨੇ ਕਿਸੇ ਵੀ ਸੀਟ ਤੇ, ਚਾਹੇ ਉਹ ਸਿਟੀ ਕਾਉਂਸਲ ਆ ਚਾਹੇ ਮੇਅਰ ਵਾਸਤੇ, ਸਮੱਸਿਆਵਾਂ ਕੀ ਨੇ ਜਿਹੜੀਆਂ ਹੱਲ ਕਰਨੀਆਂ ਚਾਹੀਦੀਆਂ? ਸਮੱਸਿਆਵਾਂ ਬਹੁਤ ਨੇ ਸਾਡੀਆਂ ਜੀ। ਵੇਖੋ, ਪਹਿਲੇ ਨੰਬਰ ਤੇ ਸਾਡੇ ਭਾਈਚਾਰੇ ਨੂੰ ਬਹੁਤੀ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ। ਤੇ ਜਦੋਂ ਆਪਾਂ ਵੋਟ ਪਾਵਾਂਗੇ ਤੇ ਇਹਨਾਂ ਲੋਕਾਂ ਨੂੰ ਪਤਾ ਲੱਗੂਗਾ ਕਿ ਪੰਜਾਬੀ ਇੰਨੇ ਵਸਦੇ ਆ, ਤੇ ਇਹਨਾਂ ਨੂੰ ਟੀਚਰ ਵੀ ਰੱਖਣੇ ਪੈਣੇ ਨੇ, ਹਸਪੀਟਲਾਂ 'ਚ ਵੀ ਰੱਖਣੇ ਪੈਣੇ ਨੇ, ਪੰਜਾਬ ਪੁਲਿਸ, ਅਮਰੀਕਾ ਦੀ ਪੁਲਿਸ ਦੇ ਵਿੱਚ ਵੀ ਸਾਡੇ ਪੰਜਾਬੀ ਬੰਦੇ ਰੱਖਣੇ ਪੈਣੇ ਨੇ। ਜੇ ਆਪਾਂ ਵੋਟ ਪਾਵਾਂਗੇ ਤਾਂ ਉਹ ਮਸਲੇ ਹੱਲ ਹੋ ਸਕਦੇ ਨੇ। ਹੋਰ ਵੀ ਬੜੇ ਮਸਲੇ ਨੇ, ਪਰ ਉਹ ਆਪਾਂ ਜੇ ਵੋਟ ਪਾਈਏ ਤੇ ਤਾਂ ਹੋ ਸਕਦੇ ਨੇ। ਮੈਂ ਸਾਰਿਆਂ ਨੂੰ ਮੇਰੇ ਵੱਲੋਂ ਇਹ ਹੱਥ ਜੋੜ ਕੇ ਬੇਨਤੀ ਹੈ ਭਈ ਇਸ ਗੱਲ ਤੋਂ ਅਵੇਸਲੇ ਨਾ ਹੋਇਓ, ਲਾਪਰਵਾਹੀ ਨਾ ਵਰਤੋ। ਤੁਸੀਂ ਭਾਈ ਪੰਜਾਬੀ ਜਿੰਨੇ ਵੀ ਪੰਜਾਬੀ ਭਾਈਚਾਰਾ ਆਪਣਾ, ਮੇਰੀ ਹੱਥ ਜੋੜ ਕੇ ਰਿਕੁਐਸਟ ਹੈ, ਬੇਨਤੀ ਹੈ ਵੀ ਤੁਸੀਂ ਵੋਟ ਜ਼ਰੂਰ ਪਾਓ। ਜੇ ਤੁਸੀਂ ਨਹੀਂ ਪਾ ਸਕਦੇ ਸਾਨੂੰ ਫੋਨ ਕਰੋ, ਗੁਰਦੁਆਰੇ ਵੋਟ ਲਿਆ ਕੇ ਦੇ ਜਾਓ ਵੀ ਆਪਾਂ ਆਪੇ ਉਹਨੂੰ ਪਾਵਾਂਗੇ, ਕਿਸ ਤਰ੍ਹਾਂ ਜਿੱਦਾਂ ਮਰਜ਼ੀ ਕਰੀਏ। ਘਰ ਨਾ ਪਈ ਰਹਿ ਜਾਵੇ, ਉਹ ਘਰ ਵਿੱਚ ਨਾ ਜਾਵੇ। ਮਿਹਰਬਾਨੀ ਜੀ, ਬਹੁਤ ਹੈ। ਮਿਹਰਬਾਨੀ ਹਰਪਾਲ ਸਿੰਘ ਜੀ ਤੁਹਾਡੀ। ਅੱਛਾ, ਇਹ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਵੋਟ ਦੀ, ਤੇ ਵੋਟਾਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਮੇਰੇ ਖਿਆਲ 24 ਤੱਕ ਹੀ ਸੀਗੀ। ਹਾਂਜੀ, ਪਰ ਜਿਹੜੇ ਖੁੰਝ ਗਏ, ਜਾਂ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਚਿੱਠੀਆਂ ਭਾਈ ਪਾਸੇ ਪਈਆਂ ਰਹਿ ਗਈਆਂ ਜਾਂ ਗਾਰਬਾਜ ਚੱਲ ਗਈਆਂ, ਉਹ 24 ਤੱਕ ਰਜਿਸਟਰ ਨਹੀਂ ਕਰਾ ਸਕਦੇ। ਤੇ ਮੈਨੂੰ ਇਹ ਪਤਾ ਲੱਗਿਆ ਸੀਗਾ ਕਿ ਤੁਸੀਂ ਆਖਰੀ ਦਿਨ ਵੀ ਵੋਟ ਰਜਿਸਟਰ ਕਰਕੇ ਉੱਥੇ ਜਾ ਕੇ ਪਾ ਸਕਦੇ ਹੋ। ਇਹਦੇ ਬਾਰੇ ਕੀ ਵਿਚਾਰ ਹੈ? ਹਾਂਜੀ, ਸੋ ਜੇ ਤਾਂ ਤੁਹਾਡੀ ਵੋਟ ਆਈ ਸੀ ਘਰ, ਤਾਂ ਤੁਸੀਂ ਉਹਨੂੰ ਛੱਡਤਾ। ਤੁਸੀਂ ਇਹ ਮੈਟਰ ਨਹੀਂ ਕਰਦਾ। ਨਵੰਬਰ 8 ਨੂੰ ਆਪਣੀਆਂ ਵੋਟਾਂ ਚੋਣਾਂ ਆ, ਉਦੋਂ ਤੁਹਾਡੇ ਲੋਕਲ ਏਰੀਆ ਜਿੱਥੇ ਤੁਸੀਂ ਰਹਿੰਦੇ, ਮੋਸਟ ਲਾਈਕਲੀ ਜਿੱਥੇ ਵੀ ਤੁਸੀਂ ਰਹਿੰਦੇ, ਲੋਕਲ ਸਕੂਲ ਜਿਹੜੇ ਹੁੰਦੇ ਆ ਉੱਥੇ ਵੋਟਿੰਗ ਹੁੰਦੀ ਆ। ਉੱਥੇ ਤੁਸੀਂ ਉਸ ਦਿਨ ਜਾ ਕੇ ਵੀ ਵੋਟ ਪਾ ਸਕਦੇ ਆ, ਭਾਵੇਂ ਤੁਹਾਨੂੰ ਮੇਲ 'ਚ ਆਈ ਸੀ ਤਾਂ। ਸੋ ਉਹ ਪਾ ਵੀ ਸਕਦੇ। ਪਲੱਸ ਜੇ ਤੁਹਾਡੀ ਰਜਿਸਟਰਡ ਨਹੀਂ ਹੈਗੀ, ਤੁਸੀਂ ਉਦਣ ਵੀ ਰਜਿਸਟਰ ਜਾ ਕੇ ਕਰ ਸਕਦੇ ਆ, ਉੱਥੇ ਖੜੇ ਪੈਰ ਤੇ ਨਾਲ ਹੀ ਫਿਰ ਵੋਟ ਪਾ ਸਕਦੇ ਆ। ਉਹਨੂੰ ਪ੍ਰੋਵਿਜ਼ਨਲ ਬੈਲਟ ਕਹਿੰਦੇ ਆ ਜੀ। ਤੇ ਇਹ ਮਤਲਬ ਆਈਡੀ ਲੈ ਕੇ ਜਾਣਾ ਪਏਗਾ, ਆਈਡੀ ਲੈ ਕੇ ਤੇ ਵੋਟ ਪਾ ਸਕਦੇ ਹੋ ਜਿਹੜੇ ਵੀ ਕੈਂਡੀਡੇਟ ਨੂੰ ਪਾਉਂਦੇ ਹੋ। ਤੇ ਬਾਕੀ ਜਿਵੇਂ ਬਾਬਾ ਜੀ ਨੇ, ਹਰਪਾਲ ਸਿੰਘ ਜੀ ਨੇ ਕਿਹਾ ਹੈ ਕਿ ਪੰਜਾਬੀਆਂ ਨੂੰ ਵੋਟ ਪਾਓ। ਇੱਕ ਤਾਂ ਪ੍ਰੋਬਲਮ ਜਿਹੜੀ ਸਮੱਸਿਆ ਸਾਡੀ ਪੰਜਾਬੀਆਂ ਦੀ ਹੋਰ ਹੈ, ਤੇ ਮੇਰੇ ਵਰਗਾ ਕਹਿੰਦਾ ਵੀ ਗੈਰੀ ਸਿੰਘ ਖੜਾ ਤੇ ਆਪਾਂ ਜਿੱਤੀਏ ਤੇ ਉਹਨੂੰ ਨਹੀਂ ਜਿੱਤਣ ਦੇਣਾ। ਜਿਹੜੇ ਇਹ ਸੋਚ ਆ ਪੰਜਾਬੀਆਂ ਦੀ, ਇਹਦਾ ਵੀ ਕੋਈ ਨਾ ਕੋਈ
ਹੱਲ ਚਾਹੀਦਾ ਇਹਦਾ ਵੀ, ਕਿਉਂਕਿ ਉੱਦਾਂ ਨਹੀਂ ਹੁੰਦਾ, ਸਿਰਫ ਕਈ ਵਾਰੀ ਜਿੱਦ ਦੇ ਵਿੱਚ ਅਸੀਂ ਖੜ ਜਾਂਦੇ ਹਾਂ। ਸੋ ਅਸੀਂ ਇਹੀ ਬੇਨਤੀ ਕਰੀਦੀ ਆ ਕਿ ਇੱਕ ਤਾਂ ਭਾਈ ਜਿੱਥੇ ਪੰਜਾਬੀ ਖੜੇ ਨੇ ਉਹਨਾਂ ਨੂੰ ਵੋਟ ਪਾਓ, ਜਿੱਥੇ ਪੰਜਾਬੀ 2-2 3-3 ਖੜੇ ਨੇ ਉੱਥੇ ਫਿਰ ਦੇਖੋ ਜਿਹੜਾ ਡਿਜ਼ਰਵ ਕਰਦਾ ਤੇ ਉਹਨੂੰ ਬਣਾਓ। ਪਹਿਲੀ ਗੱਲ ਤਾਂ ਹੋਰ ਖੜੋ ਹੀ ਨਾ, ਰਾਏ ਦੇ ਨਾਲ ਹੀ ਪਹਿਲਾਂ ਆਪਣਾ ਬੰਦਾ ਖੜਾਓ ਜਿਹੜਾ ਕੋਈ ਕੈਂਡੀਡੇਟ ਖੜਾਉਣਾ। ਤੇ ਹਾਂਜੀ ਰਣਜੀਤ ਸਿੰਘ ਜੀ ਹੈਗੇ ਨੇ ਸਾਡੇ ਨਾਲ। ਰਣਜੀਤ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ, ਪੁੱਛਣਾ ਚਾਹੁੰਦੇ ਜਾਂ ਖੜੇ ਹੋ ਕੇ ਗੱਲ ਕਰੋ, ਖੜੇ ਹੋ ਕੇ। ਹਾਂਜੀ, ਸਭ ਤੋਂ ਪਹਿਲਾਂ ਤਾਂ ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਜਿਸ ਤਰ੍ਹਾਂ ਕਿ ਬਹੁਤ ਇਸ਼ੂ ਤਾਂ ਆਲਰੇਡੀ ਗੈਰੀ ਸਿੰਘ ਹੋਰਾਂ ਨੇ ਟੱਚ ਕੀਤੇ ਨੇ, ਜਿਹੜੇ ਕਿ ਬਹੁਤ ਕ੍ਰਿਟੀਕਲ ਇਸ਼ੂ ਨੇ, ਲਾਈਕ ਹੋਮਲੈਸ ਦੀ ਤੁਸੀਂ ਬੜੀ ਡਿਟੇਲ ਦੇ ਵਿੱਚ ਗੱਲ ਕੀਤੀ ਹੈ। ਜਿਹੜੇ ਆਮ ਹੁਣ ਇੱਕ ਆਈ ਥਿੰਕ ਇਹ ਐਡੀ ਛੇਤੀ ਕੋਈ ਇਹਦਾ ਹੱਲ ਨਹੀਂ ਹੋਣਾ, ਪਰ ਲੇਕਿਨ ਦੂਸਰੀਆਂ ਹੋਰ ਵੀ ਕਈ ਚੀਜ਼ਾਂ ਨੇ, ਜਿਵੇਂ ਆਈਡੈਂਟੀਫਿਕੇਸ਼ਨ ਪੱਖੋਂ ਜਾਂ ਮਤਲਬ ਹੇਟ ਕ੍ਰਾਈਮ ਵਾਲੀਆਂ ਜਿਹੜੀਆਂ ਗੱਲਾਂ ਨੇ। ਕਈ ਇਨਸੀਡੈਂਟਸ ਆਪਣੇ ਇੱਥੇ ਮੰਟੀਕਾ 'ਚ ਵੀ ਹੋਇਆ ਸੀਗਾ, ਟ੍ਰੇਸੀ ਵੀ ਹੋਇਆ ਸੀਗਾ। ਸੋ ਉਹ ਜਿਹੜੀ ਆ ਅਵੇਅਰਨੈਸ ਬਹੁਤ ਹੋ ਰਹੀ ਹੈ, ਪਰ ਸਟਿਲ ਜਿਹੜੀ ਆ ਉਹ ਸੇਫਟੀ ਆਪਾਂ ਨੂੰ ਕਦੇ ਨਾ ਕਦੇ ਆਉਂਦੇ ਆ ਚੈਲੰਜ ਕਿ ਆਪਾਂ ਸਟਿਲ ਅਜੇ ਪੂਰੇ ਸੇਫ ਨਹੀਂ ਹੈਗੇ। ਸੋ ਇਹ ਤਾਂ ਜਿਹੜਾ ਇਸ਼ੂ ਬੜਾ ਆਈ ਥਿੰਕ ਕਾਮਨ ਹੈਗਾ। ਔਰ ਦੂਸਰੀ ਗੱਲ ਮੈਂ ਜ਼ਰੂਰ ਰਿਕੁਐਸਟ ਹੀ ਕਰੂੰਗਾ ਸਾਰੇ ਆਪਣੇ ਦਰਸ਼ਕਾਂ ਨੂੰ, ਇਲਾਕਾ ਨਿਵਾਸੀਆਂ ਨੂੰ, ਕਿ ਗੈਰੀ ਸਿੰਘ ਬਹੁਤ ਵਧੀਆ ਇੰਟੈਲੀਜੈਂਟ ਨੌਜਵਾਨ ਹੈਗਾ, ਆਪਣੇ ਕੋਲੇ ਮੌਕਾ ਹੈਗਾ, ਇਹਨੂੰ ਪੂਰੀ ਸਪੋਰਟ ਕਰੀਏ। ਤੇ ਕਿਉਂਕਿ ਇਹ ਚਾਂਸ ਬੜੇ ਘੱਟ ਮਿਲਦੇ ਨੇ। ਇਹਨਾਂ ਨੇ ਬੜੀ ਮਿਹਨਤ ਕੀਤੀ ਹੈ। ਮੈਂ ਇਸ ਫੈਮਿਲੀ ਨੂੰ ਤਕਰੀਬਨ 2-3 ਦਹਾਕੇ ਤੋਂ ਜਾਣਦਾ ਜੀ, ਤੇ ਲੋਕਲ ਇਹ ਇੱਥੇ ਪੜ੍ਹੇ ਲਿਖੇ ਬਰਾਟ ਅਪ ਹੋਏ, ਔਰ ਸਿਸਟਮ ਦੇ ਵਿੱਚ ਇਹਨਾਂ ਨੇ ਸਕ੍ਰੈਚ ਤੋਂ ਸ਼ੁਰੂ ਕੀਤਾ, ਤੇ ਔਰ 6 ਸਾਲ ਤੋਂ ਇਹ ਆਲਰੇਡੀ ਸਿਟੀ ਦੇ ਵਿੱਚ ਕੰਮ ਕਰ ਰਹੇ ਨੇ, ਵਾਈਸ ਮੇਅਰ ਨੇ ਰਾਈਟ ਨਾਓ, ਤੇ ਬੜੇ ਵਧੀਆ ਇਹਨਾਂ ਨੇ ਪਾਸਟ ਦੇ ਵਿੱਚ ਕੰਮ ਕੀਤੇ ਆ। ਸੋ ਮੈਂ ਇਹਨਾਂ ਨੂੰ ਗੁੱਡ ਲੱਕ ਵੀ ਕਰਦਾ, ਤੇ ਬਾਕੀ ਬੇਨਤੀ ਹੈ ਸਾਰੇ ਆਪਣੇ ਦਰਸ਼ਕਾਂ ਨੂੰ ਵੀ ਇਹਨਾਂ ਜ਼ਰੂਰ ਸਾਥ ਦਿਓ, ਜਿੰਨਾ ਵੀ ਹੈ ਆਪਣੇ ਆਂਢੀਆਂ ਗੁਆਂਢੀਆਂ ਨੂੰ ਵੀ ਪ੍ਰੇਰੋ, ਜਿਹੜੇ ਕੋਈ ਹੋਰ ਕਮਿਊਨਿਟੀ ਦੇ ਵੀ ਨੇ। ਸੋ ਤਾਂ ਕਿ ਆਪਾਂ ਜਿਹੜਾ ਇਹਨਾਂ ਦੀ ਜਿਹੜੀ ਜਿੱਤ ਆਪਾਂ ਦੇਖ ਸਕੀਏ। ਜੀ ਬਹੁਤ ਮਿਹਰਬਾਨੀ ਤੁਹਾਡੀ। ਤੇ ਨਾਲ ਅਸੀਂ ਹੋਰ ਵੀ ਜਿਹੜੇ ਕੋਈ ਮਹਿਮਾਨ ਬੋਲਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਮੌਕਾ ਦੇਵਾਂਗੇ, ਪਰ ਫਿਲਹਾਲ ਇੱਕ ਬ੍ਰੇਕ ਸਾਨੂੰ ਲੈਣੀ ਪੈਣੀ ਹੈ। ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ। ਘਰਾਂ ਵਿੱਚ ਬੈਠੇ ਦਰਸ਼ਕ ਜੁੜੇ ਰਹੋ ਨਾਲ, ਤੇ ਜਿਹੜੇ ਸਾਡੇ ਇੱਥੇ ਮਹਿਮਾਨ ਬੈਠੇ ਨੇ ਤੁਸੀਂ ਵੀ ਸਾਰੇ ਜੁੜੇ ਰਹੋ ਜੀ, ਦੇਖਦੇ ਰਹੋ ਜਸ ਪੰਜਾਬੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਭਾਜੀ। ਮਾਈਕ ਫੜੀ ਕਰਿਆ, ਤੁਹਾਨੂੰ ਮੌਕਾ ਜ਼ਰੂਰ ਦਿੱਤਾ ਜਾਏਗਾ ਜੀ, ਪਰ ਹਜੇ ਟਾਈਮ ਆਪਣੇ ਕੋਲ ਥੋੜ੍ਹਾ। ਮੈਂ ਬੇਨਤੀ ਕਰਦਾ ਸਾਰੇ ਜਿੰਨੇ ਵੀ ਬੁਲਾਰੇ 1-2 ਹੋਰ ਹੈਗੇ ਨੇ ਤੇ ਬਹੁਤ ਘੱਟ ਸਮੇਂ 'ਚ ਬੋਲਣ। ਗੈਰੀ ਭਾਜੀ ਸਵਾਲ ਕਾਫੀ ਸੀਗੇ, ਸਮਾਂ ਅੱਜ ਵੀ ਘੱਟ ਪੈ ਗਿਆ ਤੇ ਪਿਛਲੀ ਵਾਰੀ ਬਹੁਤ ਗੱਲਾਂ ਰਹਿ ਗਈਆਂ ਸੀ। ਅੱਛਾ, ਅਸੀਂ ਪ੍ਰੋਜੈਕਟਸ ਦੀ ਗੱਲ ਕਰੀਏ। ਹੁਣ ਤੁਸੀਂ ਡਿਪਟੀ ਮੇਅਰ ਹੁੰਦੇ ਹੋਏ ਮੰਡੀਕਾ ਦੇ ਵਿੱਚ ਮੇਰੇ ਖਿਆਲ ਕਾਫੀ ਪ੍ਰੋਜੈਕਟ ਆਏ ਨੇ, ਤੇ ਗਾਂ ਅੱਗੇ ਤੁਹਾਡੇ ਕੀ ਪਲੈਨਿੰਗ ਹੈਗੀ ਆ? ਕਿਹੜੀਆਂ ਮੇਨ ਕੰਪਨੀਆਂ ਹੈਗੀਆਂ ਕਿ ਤੁਸੀਂ ਮੇਅਰ ਦੀ ਕੁਰਸੀ ਤੇ ਬੈਠਦੇ ਹੋ ਤੇ ਉਹ ਤੁਹਾਡੇ ਨਾਲ ਜੁੜਨਗੀਆਂ? ਕਿਹੜੀ ਗੱਲ ਕਰ ਸਕਦੇ? ਹਾਂਜੀ ਬਿਲਕੁਲ। ਇੱਕ ਤਾਂ ਜਿਹੜੇ ਪ੍ਰੋਜੈਕਟ ਆਪਾਂ ਆਲਰੇਡੀ ਗੱਲ ਕਰ ਚੁੱਕੇ ਆ ਉਹ ਹੈਗੀ ਗ੍ਰੇਟ ਵਾਲਫ ਲੈ ਕੇ ਆਏ ਸੀ, $150 ਮਿਲੀਅਨ ਦਾ ਪ੍ਰੋਜੈਕਟ ਸੀ, ਇਨਡੋਰ ਵਾਟਰ ਪਾਰਕ। ਹਾਂਜੀ, ਨਹੀਂ ਬਹੁਤ ਵਧੀਆ। ਉਹਦੀ ਬੁਕਿੰਗ ਹੀ ਨਹੀਂ ਮਿਲਦੀ ਛੇਤੀ, ਕਈ ਮਹੀਨੇ ਬੁਕਿੰਗ ਦਵਾ ਦਿੰਦੇ ਤੁਹਾਨੂੰ, ਸਿਫਾਰਿਸ਼ ਪਾਉਣੀ ਪੈਣੀ ਤੁਹਾਡੀ। ਸੋ ਇੱਕ ਉਹ ਪ੍ਰੋਜੈਕਟ ਦਾ ਕਰਕੇ ਹੁਣ ਉਹਨਾਂ ਕਾਫੀ ਚੀਜ਼ਾਂ ਹੋਰ ਆ ਜਾਣੀਆਂ। ਉਹਦੇ ਆਸੇ-ਪਾਸੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਏਰੀਆ ਸਾਰਾ ਅਸੀਂ ਬਣਾਈਏ ਇਸੇ ਨਾ ਕਿ ਟੂਰਿਸਟ ਸਪੇਸ ਤੇ ਲੋਕਲ ਵੀ ਰੈਸਟੋਰੈਂਟਸ, ਸਾਰਾ ਏਰੀਆ ਇੱਕ ਕਿਸਮ ਦਾ ਡਾਊਨਟਾਊਨ ਡਿਜ਼ਨੀ ਜਿੱਥੇ ਗਏ ਹੋਏ ਉਸ ਹਿਸਾਬ ਦਾ ਵਾਈਬ ਉੱਥੇ ਰੱਖੀਏ। ਟੌਪ ਗੋਲਫ ਇੱਕ ਬਹੁਤ ਵਧੀਆ ਕੰਪਨੀ ਹੈ ਜਿਹੜੀ ਉਹ ਦੇਖ ਰਹੀ ਆ। ਇੱਕ ਸਟੇਡੀਅਮ ਅਸੀਂ ਸੋਚ ਰਹੇ ਹੁਣ ਉੱਥੇ ਨਾਲ ਬਣਾਉਣਾ ਆ। ਸੋ ਉਹ ਚੀਜ਼ਾਂ ਉਹਦੇ ਨਾਲ ਕੰਪੈਰੀਜ਼ਨ ਕਰ ਰਹੇ ਆ ਜਿਹੜੀ ਐਕਸਪੈਲ ਕਰੂਗੇ। ਉਹਦੇ ਕ੍ਰਾਸ ਸਟਰੀਟ ਉੱਧਰ ਇੱਕ ਜਗ੍ਹਾ ਸਾਡੇ ਕੋਲ ਹੋਰ ਹੈਗੀ ਆ, ਉੱਥੇ ਹੁਣ ਅਸੀਂ ਪ੍ਰੋਫੈਸ਼ਨਲ ਆਫਿਸਿਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੀ ਬੇਰੀਆ ਤੋਂ ਕੰਪਨੀਆਂ ਲੈ ਕੇ ਆਈ ਹੈ ਪ੍ਰੋਫੈਸ਼ਨਲ ਆਫਿਸ, ਜਿੱਦਾਂ ਤੁਸੀਂ ਅੱਗੇ ਗੱਲ ਕੀਤੀ ਸੀ ਕੋਵਿਡ ਦਾ ਕਰਕੇ ਲੋਕੀ ਜਿਹੜੇ ਇੱਥੇ ਘਰੋਂ ਕੰਮ ਕਰ ਰਹੇ ਹਨ ਉਹਨਾਂ ਦਾ ਕਰਕੇ ਉਹਨਾਂ ਲਈ ਪਾਇਲਟ ਆਫਿਸਿਸ ਇੱਥੇ ਬਣ ਜੂਗੇ, ਉਹਨਾਂ ਨੂੰ ਉੱਧਰ ਨਹੀਂ ਜਾਣਾ ਪਊਗਾ। ਪ੍ਰੋਫੈਸ਼ਨਲ ਆਫਿਸਿਸ ਦਾ ਵੀ ਅਸੀਂ ਗਰੋ ਕਰਨ ਲੱਗੇ ਹਾਂ। ਅੱਛਾ, ਪਿਛਲੀ ਵਾਰ ਵੀ ਸਵਾਲ ਰਹਿ ਗਿਆ ਸੀ, ਅੱਜ ਕੀ ਫਟਾਫਟ ਪੁੱਛ ਲਵਾਂ ਇਸ ਬੰਦੇ ਟਾਈਮ ਮੁੱਕ ਜਵੇ। ਜਿਵੇਂ ਇੰਡੀਆ ਦੀ ਗੱਲ ਕਰ ਲਈਏ, ਕੰਪੈਰੀਜ਼ਨ ਕਰੀਏ ਅਸੀਂ, ਜਾਂ ਲੀਡਰਾਂ ਦਾ ਕਰੀਏ, ਚਾਹੇ ਕਿਸੇ ਦਾ ਕਰੀਏ, ਚਾਹੇ ਅਸੀਂ ਮੇਅਰ ਦਾ ਕਰੀਏ, ਤੇ ਇੱਥੋਂ ਦੇ ਮੇਅਰ ਦਾ ਜ਼ਮੀਨ ਅਸਮਾਨ ਦਾ ਫਰਕ ਕਿਉਂ? ਇੱਥੇ ਵੀ ਇੰਡੀਆ ਵਾਂਗੂ ਹੁੰਦਾ ਕੋਈ ਮਲਾਈ ਵਾਲਾ ਮਹਿਕਮਾ ਜਾਂ ਨਹੀਂ? ਇੱਥੇ ਕੀ ਹੈਗਾ?
ਕੀ ਹੈਗਾ ਇੱਥੇ ਜੀ? ਜਿੱਦਾਂ ਆਪਾਂ ਕਿਸੇ ਵਾਰ ਗੱਲ ਕਰ ਰਹੇ ਸੀ ਕਿ ਜਿਹੜਾ ਅਨਫੋਰਚੂਨੇਟਲੀ ਮੇਅਰ ਜਿਹੜਾ ਇੱਕ ਵਾਲੰਟੀਅਰ ਪੋਜੀਸ਼ਨ ਆ, ਹਾਂਜੀ, ਸਾਡੀ ਜਿਹੜੀ ਤਨਖਾਹ ਆ $600 ਆ ਮਹੀਨੇ ਦੀ। ਮਹੀਨੇ ਦੀ 600? ਮਹੀਨੇ ਦੀ $600 ਆ। ਕੋਈ ਗੱਡੀ ਨਹੀਂ ਮਿਲਦੀ, ਲਾਲ ਬੱਤੀ ਕੁਛ ਨਹੀਂ ਹੈਗਾ। ਅੱਛਾ। ਤਾਂ ਬੇਸਿਕਲੀ ਇੱਕ ਵਾਲੰਟੀਅਰ ਬੇਸ ਤੇ ਕਰ ਰਹੇ ਆ। ਅਸਲੀ ਐਂਡ ਦਾ ਡੇ ਉਹ ਆ ਕਿ ਅਸੀਂ ਨਾ ਪੈਸ਼ਨੇਟ ਆ ਸ਼ਹਿਰ ਦੇ ਬਾਰੇ, ਜੋ ਫਿਊਚਰ ਹੈ ਉਹਦੇ ਇਸ ਲਈ ਕਰਦੇ ਹਾਂ। ਇਹ 'ਚ ਕੋਈ ਮਲਾਈ ਵਾਲੀ ਗੱਲ ਨਹੀਂ ਹੈਗੀ ਇਹਦੇ ਵਿੱਚ। ਨਹੀਂ, ਆਪਣੇ ਤਾਂ ਉੱਥੇ ਜੀ ਬਾਕੀ ਕੋਈ ਕੰਮ ਕਰਦੇ ਹੀ ਨਹੀਂ ਹੈਗੇ, ਵੀ ਇਹੀ ਕੰਮ ਹੁੰਦਾ ਜਿਹੜਾ ਕੋਈ ਬਣ ਜਾਂਦਾ। ਤੇ ਇੱਧਰ ਬਕਾਇਦਾ ਮੈਂ ਦੇਖਿਆ ਕਿ ਜਿੰਨੇ ਵੀ ਹੈਗੇ ਨੇ, ਕੋਈ ਸਿਟੀ ਕਾਉਂਸਲ ਆ, ਮੇਅਰ ਚਾਹੇ ਜਾਂ ਡਿਪਟੀ ਮੇਅਰ, ਉਹਨਾਂ ਦੇ ਨਾਲ ਆਪਣੇ ਕੰਮਕਾਰ ਹੈਗੇ ਨੇ, ਉਹ ਕੰਮਕਾਰ ਵੀ ਕਰਦੇ ਨੇ ਤੇ ਨਾਲ ਇਹ ਵਲੰਟੀਅਰਲੀ ਇਹ ਵੀ ਕਰਦੇ ਨੇ। ਤੇ ਚਲੋ ਜੀ, ਸਾਡੇ ਨਾਲ ਕੀ ਗੱਲ ਕਰਨੀ ਚਾਹੁੰਦੇ ਨੇ ਦਰਸ਼ਕ ਆਪਣੇ? ਹਾਂਜੀ, ਕੀ ਭਾਜੀ ਨਾਮ ਦੱਸ ਦਿਓ ਆਪਣਾ ਇੱਕ ਤਾਂ ਪਹਿਲਾਂ। ਜੀ, ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਨਵਦੀਪ ਸਿੰਘ ਆ। ਗੈਰੀ, ਤੁਹਾਡੇ ਲਈ ਇਹ ਸਵਾਲ ਆ। ਆਪਣੇ 95-96 'ਚ ਆਪਾਂ ਬਸ 4-5 ਫੈਮਲੀ ਹੁੰਦੀ ਸੀ ਪੰਜਾਬੀ, ਹੁਣ ਹਜ਼ਾਰਾਂ ਫੈਮਲੀ ਆ ਗਈਆਂ। ਅਤੇ ਜਿੰਨੇ ਨਵੇਂ ਆਪਣੇ ਪੰਜਾਬੀ ਆ ਰਹੇ ਮੰਟੀਕਾ 'ਚ, ਪ੍ਰੋਬਲਮ ਇਹ ਆ, ਟ੍ਰੈਫਿਕ ਵਧਿਆ ਹੋਇਆ, ਰੋਡ ਸੇਫਟੀ ਇੰਨੀ ਹੈ ਨਹੀਂ। ਆਪਾਂ ਸਵੇਰੇ ਜਦੋਂ ਬੱਚਿਆਂ ਨੂੰ ਛੱਡ ਜਾਂਦੇ ਸਕੂਲ, ਟ੍ਰੈਫਿਕ ਦਾ ਡਰ ਰਹਿੰਦਾ ਵੀ ਐਕਸੀਡੈਂਟ ਨਾ ਹੋ ਜਾਏ, ਟ੍ਰੈਫਿਕ ਹੁੰਦਾ। ਸੋ ਪ੍ਰੋਬਲਮ ਇਹ ਆ। ਦੂਜੀ ਪ੍ਰੋਬਲਮ, ਆਪਣੀ ਟਰੱਕਿੰਗ ਕਮਿਊਨਿਟੀ ਕਿੰਨੀ ਵੱਧ ਗਈ ਮੰਟੀਕੇ 'ਚ, ਪਰ ਟਰੱਕ ਪਾਰਕਿੰਗ ਸਪਾਟ ਕੋਈ ਵਧੀਆ ਹੈ ਨਹੀਂ। ਉਹੀ ਗੱਲ, ਟਰੱਕ ਵਿੱਚ ਵੱਜਦੇ ਰਹਿੰਦੇ ਆ। ਸੋ ਆਪਣੇ ਪੰਜਾਬੀਆਂ ਲਈ ਟਰੱਕ ਪਾਰਕਿੰਗ ਦੀ ਲੋੜ, ਰੋਡ ਸੇਫਟੀ ਦੀ ਲੋੜ ਹੈ ਨਾ। ਜਿਵੇਂ ਫ੍ਰੀਵੇ ਆ, 2 lanes ਆ, ਮੇਬੀ 3 lanes, ਕੋਈ ਪ੍ਰੋਜੈਕਟ ਇਹੀ ਸੇਫਟੀ ਦਾ ਕੋਈ ਫਿਊਚਰ ਦੱਸੋ ਆਪਣੇ ਪੰਜਾਬੀਆਂ ਲਈ। ਹਾਂਜੀ, ਬਿਲਕੁਲ ਜੀ। ਪਹਿਲੀ ਗੱਲ ਤਾਂ ਪ੍ਰੋਜੈਕਟਸ ਆ ਰਹੇ ਆ ਕਾਫੀ। ਜੇ 120 ਦਾ ਆਪਾਂ ਸੋਚੀ ਜਾਈਏ, ਮਕੈਨਲੀ ਦਾ ਜਿਹੜਾ ਇੰਟਰਚੇਂਜ ਹੈ ਉਹ ਅਸੀਂ ਬ੍ਰੇਕ ਗਰਾਊਂਡ ਕੀਤਾ ਆ। ਸੋ ਉਹਨਾਂ ਇੱਕ ਆਪਾਂ ਨੂੰ ਬਹੁਤ ਫਾਇਦਾ ਹੋਣਾ, ਬਿਕਾਜ਼ ਉਹ ਅਰਲੀ ਔਨ ਜਿਹੜੀ ਟ੍ਰੈਫਿਕ 120 ਤੇ ਆਉਂਦੀ ਆ, ਉਹ ਮਕੈਨਲੀ ਤੋਂ ਉਤਰ ਕੇ ਹੁਣ ਦੋਨੇ ਸਾਈਡਾਂ ਨੂੰ ਜਾ ਸਕਦੀ ਆ, ਕਾਸਕੋ ਵਾਲੀ ਸਾਈਡ ਨੂੰ ਜਾਂ ਵੁੱਡਵਰਡ ਵਾਲੀ ਸਾਈਡ ਨੂੰ। ਸੋ ਇੱਕੋ ਪ੍ਰੋਜੈਕਟ ਉੱਤੋਂ ਇੱਕ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਅਗਲੇ ਸਾਲ ਅਸੀਂ ਇਹਨਾਂ ਬ੍ਰੇਕ ਗਰਾਊਂਡ ਕਰਨਾ ਆ, ਉਹ ਸਾਨੂੰ ਆਲਮੋਸਟ 20 ਸਾਲ ਹੋ ਗਏ ਆ ਕੰਮ ਕਰਦਿਆਂ ਨੂੰ। ਇਹ $225 ਮਿਲੀਅਨ ਦਾ ਪ੍ਰੋਜੈਕਟ ਸੀ ਟੋਟਲ, ਉਹਦੇ ਪੈਸੇ ਇਕੱਠੇ ਕਰਦਿਆਂ ਨੂੰ, ਫੈਡਰਲ ਲੈਵਲ ਤੋਂ, ਸਟੇਟ ਲੈਵਲ ਤੋਂ। ਉਹ ਹੈਗਾ 99-120 ਦਾ ਪ੍ਰੋਜੈਕਟ, ਜਿਹੜਾ ਕਿ ਰੋਜ਼ ਐਕਸੀਡੈਂਟ ਹੁੰਦੇ ਆ ਉੱਥੇ, ਜਦੋਂ 120-99 ਦੇ ਵਿੱਚ ਪੈਂਦਾ ਆ। ਤਾਂ ਉਹ ਅਸੀਂ ਅਗਲੇ ਸਾਲ ਸ਼ੁਰੂ ਕਰਨਾ ਕਿ ਜਿੱਥੇ 2 lanes ਉੱਧਰ ਨੂੰ ਜਾਊਗੀਆਂ, ਪਲੱਸ ਨਵਾਂ ਬ੍ਰਿਜ ਬਣੂਗਾ ਜਿਹੜਾ ਆਪਣੇ ਜਿਹੜਾ ਟ੍ਰੇਨ ਟਰੈਕ ਦੇ ਉੱਪਰ ਦੀ ਜਾਊਗਾ। ਉਹ ਐਕਚੁਅਲੀ ਆਪਣਾ ਪਹਿਲਾ ਗ੍ਰੇਡ ਸੈਪਰੇਸ਼ਨ ਬਣਨਾ ਹੈ। ਰਾਈਟ ਨਾਓ ਆਪਣੀ ਟ੍ਰੇਨਸ ਆਉਂਦੀਆਂ ਸ਼ਹਿਰ ਦੇ ਵਿੱਚ, ਬਹੁਤ ਲੋਕ ਵਿੱਚ ਫਸ ਜਾਂਦੇ ਆ, ਹੁਣ ਆਪਣੇ ਇੱਕ ਬ੍ਰਿਜ ਹੋਊਗਾ। ਇਹ ਮਤਲਬ ਸਾਰਾ ਕੁਝ ਅਗਲੇ ਪਲਾਨ ਹੈਗੇ ਨੇ ਤੁਹਾਡੇ? ਆ ਰਹੇ ਆ ਸਾਰਾ ਕੁਝ। ਟਰੱਕਿੰਗ ਦੀ ਤੁਸੀਂ ਗੱਲ ਕੀਤੀ, ਅਸੀਂ ਇਹਨਾਂ ਜਿਹੜਾ ਨਵਾਂ ਲੈ ਕੇ ਆ ਰਹੇ ਆ ਜਨਰਲ ਪਲਾਨ ਅਪਡੇਟ, ਉਹ 'ਚ ਕਾਫੀ ਜ਼ੋਨਿੰਗ ਕਰਾ ਰਹੇ ਆ ਨਵੇਂ ਲੈਂਡ ਦੀ, ਜਿਹੜਾ ਇੰਡਸਟਰੀਅਲ ਜ਼ੋਨਿੰਗ ਹੈ, ਕਿ ਜਿਹ 'ਚ ਆਪਣੇ ਪਾਈਪ ਐਂਡ ਜਿਹੜੇ ਹੈਗੇ ਆ ਉਹ ਇੰਡਸਟਰੀਅਲ ਜ਼ੋਨਿੰਗ ਦੇ ਵਿੱਚ ਉਹ ਪ੍ਰੋਪਰਟੀ ਲੈ ਕੇ ਤੇ ਉਹ ਬਣਾ ਸਕਦੇ ਟਰੱਕ ਪਾਰਕਿੰਗ ਆਪਣੇ ਲਈ। ਜੀ। ਤੇ ਗੈਰੀ ਭਾਈ, ਸਾਡੇ ਕੋਲ ਸਮਾਂ ਹੋਰ ਨਹੀਂ ਹੈਗਾ ਜਮਾਂ, ਕਿਉਂਕਿ ਹੋਰ ਬੋਲਣ ਵਾਲੇ ਚਾਹੁੰਦੇ ਸੀਗੇ ਬੋਲਣਾ, ਪਰ ਨਹੀਂ ਸਮਾਂ ਹੈਗਾ। ਤੇ ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਸਾਡੇ ਖਾਸ ਤੌਰ ਤੇ ਮੰਟੀਕੇ ਦੇ ਜਿਹੜੇ ਹੈਗੇ ਨੇ ਦਰਸ਼ਕ ਇਸ ਟਾਈਮ ਜੁੜੇ ਹੋਏ, ਤੇ ਨਾਲ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਜਿਹੜੇ ਆ ਉਹ ਆਪਾਂ ਨੂੰ ਸੁਣ ਰਹੇ, ਦੇਖ ਰਹੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਬਿਲਕੁਲ, ਮੈਂ ਮੇਰਾ ਖਿਆਲ ਉੱਥੋਂ ਹੀ ਸ਼ੁਰੂ ਕਰੂੰਗਾ ਜਿੱਥੋਂ ਆਪਾਂ ਸ਼ੁਰੂ ਹੋਏ ਸੀ। ਹਾਂਜੀ, ਕਿ ਵੋਟ ਦੀ ਗੱਲ ਜਿਹੜੀ ਆ, ਕਿ ਵੋਟ ਜਿਹੜੀ ਆ ਬਹੁਤ ਇੰਪੋਰਟੈਂਟ ਆ। ਬਹੁਤ ਤਰੀਕੇ ਹੈਗੇ ਵੋਟ। ਇਹਨਾਂ ਨੇ ਦੇਖੋ, ਆਪਣੇ ਘਰ 'ਚ ਚਿੱਠੀ ਆਉਂਦੀ ਆ, ਉਹਨੂੰ ਪਾਓ, ਉਹਨੂੰ ਸਟੈਂਪ ਵੀ ਨਹੀਂ ਚਾਹੀਦੀ, ਉਹਨੂੰ ਮੇਲ ਕਰੋ। ਬਹੁਤ ਤਰੀਕੇ ਹੈਗੇ। ਪਲੀਜ਼ ਜਿੱਥੇ ਪੰਜਾਬੀ ਕੋਈ ਖੜਾ ਆ, ਉਹਦੀ ਹੈਲਪ ਕਰੋ, ਉਹਨਾਂ ਨੂੰ ਪਾਓ, ਉਹਨਾਂ ਨੂੰ ਪਹੁੰਚਾਓ ਆਪਣੇ ਮੁਕਾਮ ਤੇ। ਇਹ ਬਹੁਤ ਵੱਡਾ ਸਟੈਪ ਹੈ ਸਿਰਫ ਖੜੇ ਹੋਣ ਲਈ ਵੀ। ਸੋ ਉਹਨਾਂ ਦੀ ਹੈਲਪ ਕਰੋ। ਸਾਰੇ ਦਰਸ਼ਕਾਂ ਨੂੰ ਇਹੀ ਹੈ, ਇੱਕ ਮੰਟੀਕਾ ਵਾਲਿਆਂ ਲਈ ਵੀ ਖਾਸ ਕਰਕੇ। ਦੇਖੋ, ਜੇ ਅੱਜ ਕੋਈ ਗੈਰੀ ਸਿੰਘ ਜਿੱਤਦਾ, ਕੋਈ ਸਿੰਘ ਜਿੱਤਦਾ, ਉਹ 'ਚ ਕੋਈ ਗੈਰੀ ਸਿੰਘ ਦਾ ਸ਼ਾਨ ਨਹੀਂ, ਉਹ ਸਿੰਘਾਂ ਦੀ ਸ਼ਾਨ ਆ ਸਾਰਿਆਂ ਦੀ। ਸਿੰਘ ਦੀ ਆਵਾਜ਼ ਗਾਂ ਪਹੁੰਚਦੀ। ਇੱਕ ਬੜੀ ਵੱਡੀ ਗੱਲ ਅਸੀਂ ਕਹਿ ਸਕਦੇ, ਜਿਹੜੀ ਅਸੀਂ ਆਇਡੈਂਟੀਟੀ ਦੀ ਗੱਲ ਕਰਦੇ ਹਾਂ, ਸਾਡੀ ਪਛਾਣ ਦੀ ਗੱਲ ਕਰਦੇ ਹਾਂ, ਅਗਰ ਪੰਜਾਬੀ ਜਿੱਤਦੇ ਨੇ ਤਾਂ ਉਹ ਸਾਡੀ ਪਛਾਣ ਨੂੰ ਇੱਕ ਬੜਾ ਵੱਡਾ ਹੁੰਗਾਰਾ ਮਿਲਦਾ ਹੈ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਤੇ ਤੁਸੀਂ ਸਟੂਡੀਓ ਦੇ ਵਿੱਚ ਆਏ ਦੁਬਾਰਾ, ਫਿਰ ਅਸੀਂ ਕੋਸ਼ਿਸ਼ ਕਰਾਂਗੇ। ਤੇ ਨਾਲ ਦੀ ਨਾਲ ਅਸੀਂ ਗੱਲ ਕਰੀਏ ਤੇ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਿਸੇ ਵੀ ਗੱਲਬਾਤ ਲਈ ਗੈਰੀ ਸਿੰਘ ਜੀ ਹੁਣਾਂ ਦਾ ਨੰਬਰ ਚਾਹੀਦਾ, ਕੋਈ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਈਮੇਲ ਕਰ ਸਕਦੇ ਹੋ, jaggi@justbroadcasting.com ਜਾਂ ਫਿਰ info@justbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਤੇ WhatsApp ਮੇਰਾ ਸੈੱਲ ਨੰਬਰ ਸਭ ਕੋਲ ਹੈਗਾ, ਤਕਰੀਬਨ 209 450 3362। ਤੇ ਅਖੀਰ ਦੇ ਵਿੱਚ ਗੈਰੀ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਨਾਲ ਦੀ ਨਾਲ ਜਿਹੜੇ ਸਾਡੇ ਇੱਥੇ ਮਹਿਮਾਨ ਆਏ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਤੇ ਅਖੀਰ ਦੇ ਵਿੱਚ ਜ਼ਰੂਰ ਸ਼ੁਭ ਸ਼ਾਮਾਂ ਜਿਹੜੀਆਂ ਹੈਗੀਆਂ ਤਾੜੀਆਂ ਦੇ ਰੂਪ ਦੇ ਵਿੱਚ ਮੈਂ ਚਾਹਾਂਗਾ ਸਾਡੇ ਦਰਸ਼ਕ